दादूवाल साहब की गल 98 ਲੱਖ ਦਾ ਕੱਲੇ ਕੱਲੀ ਛਾਗੀ ਸੀ ਰੌਲਾ ਪੈ ਗਿਆ। ਉਹ ਕਹਿੰਦੇ ਸਾਨੂੰ ਸਾਰੀ ਗੱਲ ਦਾ ਪਤਾ ਸੀ, ਜੇ ਅਸੀਂ ਆਪਦਾ ਢਿੱਡ ਚੱਕਦੇ ਸੀ ਤਾਂ ਨੰਗਾ ਹੁੰਦਾ ਸੀ। ਨਹੀਂ ਹੁਣ ਜੇ ਅਸੀਂ ਗੱਲ ਸਾਹਮਣੇ ਲਿਆਏ ਤਾਂ ਹੁਣ ਬਲਜੀਤ ਸਿੰਘ ਦਾਦੂਵਾਲ ਗਾਲਾਂ ਕੱਢਦੇ ਆ। ਕੋਈ ਯੋਗਦਾਨ ਹੈ ਮਹੰਤ ਵਰਗੇ ਦਾ, ਅਜੇ ਵੀ ਨਸ਼ਾ ਪਤਾ ਨਹੀਂ ਕਿਹੜਾ ਕਰਦਾ, ਖਾ ਕੇ ਸੁੱਤਾ ਰਹਿੰਦਾ। ਕਦੇ ਤੁਸੀਂ ਸੁਣਿਆ ਪੰਥ ਦੇ ਵਿੱਚ ਕਿ ਮਹੰਤ ਕਰਮਜੀਤ ਆ ਜਿਹੜਾ ਲੈ ਚੱਲਿਆ ਰੌਲਾ ਕਾਹਦਾ ਸੀਗਾ? ਗਾਲਾਂ ਇਹ ਦੇਣਾ ਸਿੱਖ ਮਰਜ਼ਾਦਾ ਦੇ ਵਿੱਚ ਹੈਗਾ। ਜਿੰਨੀਆਂ ਇਹਨਾਂ ਦੀਆਂ ਗੱਲਾਂ ਮਾਰਦੇ ਉਹਨੇ ਦਿਨ ਤੇ ਇਹਨਾਂ ਦੀ ਉਮਰਾਂ ਨਹੀਂ ਹੋਣੀਆਂ ਜਿੰਨੀਆਂ ਅਸੀਂ ਜੇਲ੍ਹਾਂ ਕੱਟੀਆਂ ਨੇ। ਦੋਸਤਾਂ ਫਿਰ ਜਦੋਂ ਤੁਹਾਨੂੰ ਲੱਗਦਾ ਕਿ ਸਾਡਾ ਮਹੰਤ ਇਸ ਤਰੀਕੇ ਦਾ ਸੀ, ਫਿਰ ਤੁਸੀਂ ਪ੍ਰਧਾਨਗੀ ਵੇਲੇ ਕਿਉਂ ਸਹਿਮਤੀ ਹੋਈ? ਕਿਉਂਕਿ ਗ੍ਰਿਸ਼ਤੀ ਨਹੀਂ ਆ, ਇਹ ਬੇਹੰਗਮ ਆ, ਬ੍ਰਹਮਚਾਰੀ ਆ। ਨਾਲੇ ਇਹਦਾ ਉਹ ਟੈਸਟ ਹੋ ਜੂ, ਨਾਲੇ ਡੌਗ ਟੈਸਟ ਹੋ ਜੂਗਾ। ਭੱਜਦਾ ਕਿਉਂ ਮੈਂ ਟੈਸਟਾਂ ਤੋਂ? ਹੁਣ ਫੋਨ ਕੀ ਕਰ ਰਿਹਾ, ਕਿਸੇ ਨੂੰ ਕਹਿੰਦਾ 2 ਮੁਲਾਜ਼ਮ ਲਵਾ ਲਓ, ਆਪਣੇ 2 ਚੈੱਕ ਲੈ ਜਾਓ ਸਹਾਇਤਾ ਫੰਡ ਦੇ, ਜ਼ਮੀਰਾਂ ਖਰੀਦ ਰਿਹਾ। ਪੰਜਾਬ ਦੇ ਵਿੱਚ ਇੱਕ ਤੁਸੀਂ ਵੀ ਕਹਿੰਦੇ ਰਹੇ ਹੋ ਕਿ ਬਾਦਲਾਂ ਦੀ ਜੇਬ ਦੇ ਵਿੱਚੋਂ ਪ੍ਰਧਾਨੀਆਂ ਚੱਲਦੀਆਂ ਨੇ, ਇੱਥੇ ਵੀ ਸਰਕਾਰਾਂ ਦੀ ਫਿਰ ਜੇਬ ਦੇ ਵਿੱਚ ਪ੍ਰਧਾਨੀ ਦੇਖੋ। ਇਸ ਵਕਤ ਮੇਰੇ ਨਾਲ ਖੁਦ ਜਥੇਦਾਰ ਬਲਜੀਤ ਸਿੰਘ ਦਾਦੂਵਾਲਾ ਮੌਜੂਦ ਨੇ। ਦਾਦੂਵਾਲ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਦਾਦੂਵਾਲ ਸਾਹਿਬ ਕੀ ਗੱਲ 98 ਲੱਖ ਦਾ ਕੱਲੇ ਕੱਲੀ ਛਾਗੀ ਸੀ ਰੌਲਾ ਪੈ ਗਿਆ? ਪਰਮਿੰਦਰ ਸਿੰਘ ਜੀ, ਮੈਂ ਇਸ ਗੱਲੋਂ ਹੈਰਾਨ ਆ ਕਿ ਇਹ 1898 ਕਦੋਂ ਬਣ ਗਿਆ, ਮੈਨੂੰ ਇਹ ਵੀ ਨਹੀਂ ਪਤਾ ਲੱਗਾ। ਪਹਿਲਾਂ 16 ਕਰੋੜ ਦਾ ਵੀ ਬੜਾ ਰੌਲਾ ਸੁਖਬੀਰ ਸਿੰਘ ਬਾਦਲ ਨੇ ਪਾਇਆ ਸੀ। ਇੱਕ ਨਾ ਕਹਾਵਤ ਆ, ਕਹਿੰਦੇ 99 ਵਾਰੀ ਝੂਠ ਬੋਲੋ ਤਾਂ ਕਿ ਲੋਕਾਂ ਨੂੰ 100ਵੀਂ ਵਾਰੀ ਸੱਚ ਲੱਗਣ ਲੱਗ ਜਾਵੇ। ਇਹ ਸਿਰਫ ਇੱਕ ਝੂਠ ਦਾ ਪੁਲੰਦਾ ਜਿਹੜਾ ਪਹਿਲਾਂ ਵੀ ਮੈਂਬਰਾਂ ਨੇ ਪਾਇਆ ਸੀਗਾ ਤੇ ਹੁਣ ਵੀ ਸਾਡੇ ਜਿੰਨਾ 2.25 ਸਾਲ ਮੈਂ ਪ੍ਰਧਾਨ ਰਿਹਾ, 2 ਬਜਟ ਪੇਸ਼ ਕੀਤੇ ਆ ਔਰ ਉਹਦੇ ਵਿੱਚ ਬਕਾਇਦਾ ਆਡਿਟ ਹੋਇਆ ਸਾਡਾ। ਜਿਹੜੀ ਕੋਈ ਕਮੀ ਪੇਸ਼ੀ ਰਹੀ ਹੋਊਗੀ ਦਫ਼ਤਰ ਦੇ ਵੱਲੋਂ ਰਹੀ ਹੋਊਗੀ, ਕਿਉਂਕਿ ਬਲਜੀਤ ਸਿੰਘ ਦਾਦੂਵਾਲ ਸਿਰਫ ਦਸਤਖਤ ਕਰਦਾ ਸੀਗਾ, ਰਿਪੋਰਟਿੰਗ ਲੈਂਦਾ ਸੀ ਸਕੱਤਰ ਤੋਂ, ਸਕੱਤਰ ਲੈਂਦਾ ਸੀ ਮੈਨੇਜਰਾਂ ਤੋਂ। ਤੁਸੀਂ ਰਿਪੋਰਟ ਪੜ੍ਹਦੇ ਨਹੀਂ ਸੀ ਫਿਰ? ਨਹੀਂ, ਮੈਂ ਰਿਪੋਰਟਿੰਗ ਲੈਂਦਾ ਸੀਗਾ ਸਾਰੀ, ਜੋ ਕੁਝ ਹੁੰਦਾ ਸੀਗਾ ਦਫ਼ਤਰ ਦੇ ਵਿੱਚ। ਔਰ ਕਦੇ ਵੀ ਮੈਂ ਇੱਕ ਗੱਲ ਦਾਅਵੇ ਨਾਲ ਕਹਿ ਸਕਦਾ ਪਰਮਿੰਦਰ ਸਿੰਘ ਜੀ, ਮਹੰਤ ਕਰਮਜੀਤ ਆ ਜੇ, ਬਾਕੀ ਆ ਜਾਣ। ਪਹਿਲੀ ਗੱਲ ਤਾਂ ਹਰਿਆਣਾ ਸਰਕਾਰ ਸਰਕਾਰੀ ਤੌਰ ਤੇ ਆਡਿਟ ਕਰਾ ਦੇ, ਜਾਂ ਪੰਥਕ ਜਥੇਬੰਦੀਆਂ ਪੰਥ ਦੇ 5 ਨੁਮਾਇੰਦੇ ਐਡਵੋਕੇਟ ਲਾ ਦੇਵੇ, ਸੀਏ ਲਾ ਦੇਵੇ। ਜੇ 98 ਰੁਪਈਆਂ ਦੀ ਵੀ ਕਮੀ ਨਿਕਲ ਆਈ ਨਾ, 98 ਦੀ ਵੀ ਖੁਦ ਕਮੇਟੀ ਤੋਂ ਅਸਤੀਫਾ ਦੇ ਦਾਂਗਾ। 98 ਰੁਪਈਆਂ ਦੀ। ਦਾਦੂਵਾਲ ਸਾਹਿਬ ਉਹਨਾਂ ਨੇ ਇਹ ਵੀ ਗੱਲ ਸਪਸ਼ਟ ਕਰਤੀ ਨਾ, ਮਹੰਤ ਕਰਮਜੀਤ ਸਿੰਘ ਨੇ, ਉਹ ਕਹਿੰਦੇ ਸਾਨੂੰ ਸਾਰੀ ਗੱਲ ਦਾ ਪਤਾ ਸੀ, ਜੇ ਅਸੀਂ ਆਪਦਾ ਢਿੱਡ ਚੱਕਦੇ ਸੀ ਤਾਂ ਨੰਗਾ ਹੁੰਦਾ ਸੀ। ਹੁਣ ਜੇ ਅਸੀਂ ਗੱਲ ਸਾਹਮਣੇ ਲਿਆਏ ਤਾਂ ਹੁਣ ਬਲਜੀਤ ਸਿੰਘ ਦਾਦੂਵਾਲ ਗਾਲਾਂ ਕੱਢਦੇ ਆ। ਨਹੀਂ, ਗਾਲਾਂ ਇੱਕ ਪਹਿਲੀ ਗੱਲ ਤਾਂ ਇਹ ਆ ਕਿ ਇੱਕ ਵੀ ਗਾਲ ਬਲਜੀਤ ਸਿੰਘ ਦਾਦੂਵਾਲ ਨੇ ਉਦਾਂ ਵਾਲੀ ਮੀਟਿੰਗ 'ਚ ਕੱਢੀ ਹੋਵੇ ਤਾਂ ਮੈਂ ਤਾਂ ਵੀ ਅਸਤੀਫਾ ਦੇ ਦਿਆਂਗਾ। ਤੁਸੀਂ ਉਹ ਜਿਹੜਾ ਕਲਿੱਪ ਸੁਣਿਆ, ਪਹਿਲੀ ਗੱਲ ਤਾਂ ਉਹ ਸਾਰੀ ਵੀਡੀਓ ਨਹੀਂ ਆ, ਇਕੱਲਾ ਕਲਿੱਪ ਸੁਣਿਆ, ਉਹ ਕਲਿੱਪ 'ਚ ਵੀ ਦਾਦੂਵਾਲ ਦੀ ਗਾਲ ਕੋਈ ਨਹੀਂ ਆ। ਤਲਖੀ 'ਚ ਜ਼ਰੂਰ ਆ, ਸੱਚਾਈ ਦੇ ਪਿੱਛੇ। ਕਿਉਂਕਿ ਜਿਸ ਨੇ ਮਾਂ ਨੇ ਪੇਟੋਂ ਬੱਚਾ ਜੰਮਿਆ ਹੋਵੇ ਨਾ, ਪ੍ਰਸੂਤ ਦੀਆਂ ਪੀੜਾਂ ਝੱਲੀਆਂ ਹੋਣ, ਉਸ ਬੱਚੇ ਦੇ ਗਲਾਵੇਂ ਨੂੰ ਜਦੋਂ ਕੋਈ ਹੱਥ ਪਾਉਂਦਾ ਜਾਂ ਉਹਦੇ ਝਰੀਟ ਲਾਉਂਦਾ ਤਾਂ ਮਾਂ ਦੀਆਂ ਅੰਦਰਾਂ ਤੜਫ ਜਾਂਦੀਆਂ ਨੇ। ਜਦੋਂ ਅਸੀਂ ਗੋਲਕਾਂ ਦੀ ਲੁੱਟ ਨੂੰ ਖਤਮ ਕਰਨ ਲਈ ਬਾਦਲਾਂ ਨੂੰ ਕੱਢਿਆ, ਬਾਦਲਾਂ ਤੋਂ ਪ੍ਰਬੰਧ ਖੋਇਆ, ਹਰਿਆਣੇ ਦੇ ਸਿੱਖਾਂ ਨੇ ਹਰਿਆਣੇ ਦੀਆਂ ਸਿੱਖ ਸੰਗਤਾਂ ਨੂੰ ਸੇਵਾ ਸੰਭਾਲ ਜਿਹੜੀ ਸੀ ਸੰਭਾਲੀ ਸੀ, ਤੇ ਮੁੜ ਕੇ ਲਿਆ ਕੇ ਨਰੈਣੂ ਮਹੰਤ ਦਾ ਵਾਰਸ ਜਦੋਂ 1921 ਚ ਮਹੰਤ ਕੱਢੇ ਤੇ 2022 ਚ ਬਿਠਾਤਾ, ਤੇ ਉਹਨੇ ਬਾਦਲਾਂ ਨੂੰ ਵੱਡੀ ਲੁੱਟ ਜਿਹੜੀ ਸੀ ਉਹ ਗੁਰੂ ਕੀਆਂ ਗੋਲਕਾਂ ਦੀ ਸ਼ੁਰੂ ਕਰਤੀ ਤੇ ਸਾਡੀਆਂ ਅੰਦਰਾਂ ਤੜਫੀਆਂ। ਤਾਂ ਦਾਦੂਵਾਲ ਤਲਖੀ 'ਚ ਆਇਆ ਉਸ ਦਿਨ, ਪਰ ਗਾਲ ਇੱਕ ਨਹੀਂ ਕੱਢੀ। ਦੂਸਰੀ ਗੱਲ, ਹਰਿਆਣਾ ਸਰਕਾਰ ਆਡਿਟ ਕਰਾਵੇ, 98 ਰੁਪਈਆਂ ਦਾ ਫਰਕ ਵੀ ਕਿਤੇ ਦਾਦੂਵਾਲ ਦੀ ਆਰਡਰ ਬੁੱਕ ਦੇਖੋ ਪ੍ਰਧਾਨਗੀ ਦੀ, 18 ਲੱਖ ਰੁਪਏ ਦਾ ਤੇਲ ਪਾਇਆ ਆਪਣੀ ਜੇਬ ਚੋਂ ਹਰਿਆਣਾ ਕਮੇਟੀ ਦੇ ਨਾਂ ਤੇ। ਹਰਿਆਣਾ ਕਮੇਟੀ ਦੇ ਨਾਂ ਤੇ ਉਧਰਲੀ ਸਾਈਡ ਤੇ ਮੈਂ ਆਉਣਾ, ਉਧਰਲੀ ਸਾਈਡ ਤੇ ਆਉਣਾ ਹੈ। ਗੱਲ ਕਲੀਅਰ ਕਰੋ ਵੀ ਜਦੋਂ ਉੱਥੇ ਗਾਲਾਂ ਦੁੱਪੜੀ ਵਾਲਾ ਤੁਸੀਂ ਦੱਸ ਰਹੇ ਹੋ ਹੋਇਆ ਕੁਛ, ਉਹ ਤਾਂ ਫਿਰ ਗਾਲਾਂ ਇਹ ਦੇਣਾ ਸਿੱਖ ਮਰਜ਼ਾਦਾ ਦੇ ਵਿੱਚ ਹੈਗਾ ਜੋ ਵੀਡੀਓ ਵਾਇਰਲ ਹੋ ਰਹੀ ਹੈ। ਦੇਖੋ, ਮੈਂ ਇੱਕ ਗੱਲ ਕਹਿਣਾ, ਮੰਦਭਾਗੀ ਗੱਲ ਆ, ਕਦੇ ਵੀ ਗਾਲੀ ਗਲੋਚ ਨਹੀਂ ਹੋਣਾ ਚਾਹੀਦਾ, ਪਰ ਗਾਲਾਂ ਸਾਡੀ ਮਿੱਟੀ 'ਚ ਆ, ਗਾਲਾਂ ਸਾਡੀ ਬੋਲੀ 'ਚ ਆ। ਮੈਨੂੰ ਤੁਸੀਂ ਪਰਮਿੰਦਰ ਸਿੰਘ ਬੰਦਾ ਦੇ ਦਿਓ ਜਿਹੜਾ ਕੋਈ ਗਾਲ ਨਾ ਕੱਢਦਾ ਹੋਵੇ। ਕੀ ਗਾਲਾਂ ਦੇਣਾ ਫਿਰ ਜਾਇਜ਼? ਗਾਲਾਂ ਜਿਹੜੀਆਂ ਨਹੀਂ ਜਾਇਜ਼ ਤਾਂ ਹੈ ਹੀ ਨਹੀਂ ਆ, ਨਜਾਇਜ਼ ਬਹੁਤ ਕੁਝ ਹੋ ਰਿਹਾ ਵਾ। ਜਿਹੜਾ ਨਜਾਇਜ਼ ਆ ਸਾਰਾ ਕੁਝ ਜਾਇਜ਼ ਹੋ ਰਿਹਾ, ਪਰ ਮੈਂ ਇੱਕ ਗੱਲ ਮੈਨੂੰ ਜਸਟੀਫਾਈ ਨਹੀਂ ਕਰਦਾ, ਪਰ ਮੈਂ ਕਹਿ ਰਿਹਾ ਮੈਨੂੰ ਇੱਕ ਬੰਦਾ ਤਾਂ ਦੇ ਦਿਓ ਜਿਹੜਾ ਗਾਲਾਂ ਨਹੀਂ ਕੱਢਦਾ। ਮੈਨੂੰ ਪੰਥ ਦੇ ਲੀਡਰ ਦੇ ਦਿਓ, ਜਥੇਦਾਰ ਦੇ ਦਿਓ ਜਿਹੜਾ ਗਾਲਾਂ ਨਾ ਕੱਢਦਾ ਹੋਵੇ।
ਆਫ ਦੀ ਰਿਕਾਰਡ ਇਹ ਤਾਂ ਮਹੰਤ ਦਾ ਬੇੜਾ ਗਰਕ ਹੋ ਗਿਆ, ਕਿਉਂਕਿ ਉਹਨੇ ਬਾਦਲਾਂ ਦਾ ਠੇਕਾ ਚੱਕਿਆ ਹੋਇਆ ਇਸ ਕਮੇਟੀ ਨੂੰ ਬਦਨਾਮ ਕਰਕੇ। ਮੁੜ ਕੇ ਇਸ ਕਮੇਟੀ ਨੂੰ ਬਾਦਲਾਂ ਦੀ ਝੋਲੀ ਪਾਉਣ ਲਈ ਤਾਂ ਉਹਨੇ ਉਹ ਵੀਡੀਓ ਵਾਇਰਲ ਕੀਤੀ। ਉਹਦਾ ਕੰਮ ਕੀ ਸੀ? ਪਹਿਲੀ ਗੱਲ ਤਾਂ ਮੀਟਿੰਗ ਦੀ ਅਸੀਂ ਤਾਂ ਚਲੋ ਬੋਲੇ ਨਹੀਂ ਕਿ ਚੱਲ ਕੋਈ ਨਹੀਂ, ਜੇ ਵੀਡੀਓ ਲਾਈ ਅਸੀਂ ਕਿਹੜਾ ਕੁਝ ਕਹਿਣਾ ਸੀਗਾ ਵੀ ਜਿਹੜਾ ਸਾਡੇ ਮਨ 'ਚ ਸੀ ਜਾਂ ਕੋਈ ਮਨਸੂਬਾ। ਉਹ ਤਾਂ ਪੂਰੀ ਪਲਾਨਿੰਗ ਕਰਕੇ ਆਇਆ ਸੀਗਾ। ਕਦੇ ਕਮੇਟੀ ਦੇ ਵਿੱਚ ਜਿੰਨੀਆਂ ਮੀਟਿੰਗਾਂ ਪਹਿਲਾਂ ਹੋਈਆਂ ਕਦੇ ਕੈਮਰਾ ਨਹੀਂ ਲੱਗਾ, ਕਦੇ ਪੁਲਿਸ ਨਹੀਂ ਬੁਲਾਈ ਗਈ। ਉੱਥੇ ਅੰਬਾਲੇ ਦੀ ਪੁਲਿਸ, ਸੀਏ ਸਟਾਫ ਦੀ ਪੁਲਿਸ ਜਿਹੜੀ ਸੀ ਉੱਥੇ ਬੁਲਾਈ ਹੋਈ ਸੀ। ਔਰ ਇਹਦੀ ਮੀਟਿੰਗ ਦੀ ਪਲਾਨਿੰਗ ਰਾਤ 9 ਵਜੇ ਤੋਂ ਲੈ ਕੇ 12:30 ਵਜੇ ਤੱਕ 3.5 ਘੰਟੇ ਗੁਰਦੁਆਰਾ ਨਾਢਾ ਸਾਹਿਬ ਪੰਚਕੂਲੇ ਪਲਾਨਿੰਗ ਕਰਕੇ ਰਾਤ 2 ਵਜੇ ਮਹੰਤੇ ਇੱਥੇ ਪਹੁੰਚ ਗਿਆ ਸੀ। ਮੇਰੀ ਗੱਲ ਪੂਰੀ ਹੋ ਲੈਣ ਦਿਓ। ਇਹਨੇ ਤਾਂ ਠੇਕਾ ਚੱਕਿਆ ਕਮੇਟੀ ਨੂੰ ਬਦਨਾਮ ਕਰਨ ਦਾ। ਇਹਨੇ ਵੀਡੀਓ ਵਾਇਰਲ, ਘਰਾਂ 'ਚ 100 ਲੜਾਈਆਂ ਹੁੰਦੀਆਂ ਨੇ, ਕਦੇ ਗਲੀ ਮੁਹੱਲੇ 'ਚ ਲਿਜਾਨੇ ਆ, ਦਿੱਲੀ ਕਮੇਟੀ SGPC 100 ਵਾਰੀ ਮੈਂਬਰਾਂ ਦੀ ਤਲਖੀ ਹੋ ਜਾਂਦੀ ਆ। ਉਹ ਵੀਡੀਓ ਬਣਾ ਕੇ ਜਿਹੜੀ ਵੀਡੀਓ ਦੇ ਕਲਿੱਪ ਕੱਟ ਕੇ ਬਾਹਰ ਭੇਜਦੇ ਆ। ਜਿਹਨੇ ਇਹਨਾਂ ਨੂੰ ਬਣਾਇਆ ਸੀ ਜਾਂ ਜਰਨਲ ਹਾਊਸ ਦੇ ਮੈਂਬਰਾਂ 'ਚ ਲੈ ਜਾਂਦਾ, ਉਹ ਸਾਰੀ ਜਿਹੜੀ ਵੀਡੀਓ ਸੀ ਐਗਜ਼ੈਕਟਿਵ ਦੀ ਮੀਟਿੰਗ ਦੀ ਉੱਥੇ ਬਹਿ ਕੇ ਫੈਸਲਾ ਕਰਦਾ। ਮਹੰਤ ਨੇ ਉਹ ਕਲਿੱਪ ਕਟਾ ਕੇ ਵਾਇਰਲ, ਸਭ ਤੋਂ ਵੱਡਾ ਮਹੰਤ ਦੋਸ਼ੀ ਹੈ। ਜਦੋਂ ਮੀਟਿੰਗ ਖਤਮ ਹੋਈ ਮਹੰਤ ਤਾਂ ਭੱਜ ਗਿਆ ਲੈ ਕੇ ਸਾਥੀਆਂ ਨੂੰ ਮੀਟਿੰਗ ਵਿਚਾਲੇ ਛੱਡ ਕੇ। ਅਸੀਂ 2 ਘੰਟੇ ਬੈਠੇ ਰਹੇ, ਅਸੀਂ ਕਿਹਾ ਲਿਆਓ, ਪੁਲਿਸ ਅਫਸਰ ਵੀ ਆਉਂਦੇ ਰਹੇ, ਮੈਨੇਜਰ ਵੀ ਆਉਂਦੇ ਰਹੇ, ਮੁੱਖ ਸਕੱਤਰ ਵੀ, ਦੂਸਰਾ ਸਕੱਤਰ ਵੀ। ਅਸੀਂ ਕਿਹਾ ਲਿਆਓ ਇੱਥੇ ਰਹਿੰਦੇ ਕੰਮ ਤਾਂ ਪੂਰੇ ਕਰ ਲਈਏ, ਪਰ ਮਹੰਤ ਆਇਆ ਨਹੀਂ, ਭੱਜ ਗਿਆ। ਇੱਕ ਗੱਲ ਸੁਣੋ, ਬਾਅਦ ਚ ਮੀਡੀਆ ਆਇਆ, ਅਸੀਂ ਕੋਈ ਸਟੇਟਮੈਂਟ ਨਹੀਂ ਦਿੱਤੀ। ਸਾਡੇ ਅੰਬਾਲੇ ਤੋਂ TP ਸਿੰਘ ਜੀ ਮੈਂਬਰ ਨੇ, ਉਹ ਕਹਿੰਦੇ ਆਪਾਂ ਮੀਡੀਆ 'ਚ ਨਾ ਜਾਈਏ, ਕੋਈ ਗੱਲ ਵੀ ਸਟੇਟਮੈਂਟ ਮੀਡੀਆ 'ਚ ਨਾ ਦਈਏ। ਅੰਦਰ ਵਾਲੀ ਜਿਹੜੀ ਗੱਲ ਸੀਗੀ, ਜੋ ਅੰਦਰ ਤਲਖੀ ਹੋਈ ਹੈ, ਬਾਹਰ ਨਾ ਜਾਵੇ। ਵੈਸੇ ਤਾਂ ਅੰਬਾਲੇ ਦਾ ਮੀਡੀਆ, ਅਸੀਂ ਬਿਲਕੁਲ ਨਹੀਂ ਗਏ। ਅਸੀਂ ਤਾਂ ਗੱਲ ਬਾਹਰ ਲਿਜਾਣੀ, ਚਲੋ ਅੰਦਰ ਦੀ ਗੱਲ ਸੀ, ਅੰਦਰ ਰਹਿ ਜਾਂਦੀ। ਪਰ ਇਹਨਾਂ ਨੇ ਜਿਹੜੀ ਵੀਡੀਓ ਵਾਇਰਲ ਕਰਕੇ ਜਿਹੜਾ ਹਰਿਆਣਾ ਕਮੇਟੀ, ਹਰਿਆਣੇ ਦੀਆਂ ਸੰਗਤਾਂ ਦੀ ਧਾਰਮਿਕ ਸੰਸਥਾ ਦੀ ਬਦਨਾਮੀ ਕਰਾਈ ਹੈ, ਇਹਦੇ ਲਈ ਵੱਡਾ ਦੋਸ਼ੀ ਹੈ ਮਹੰਤ। ਦਾਦੂਵਾਲ ਸਾਹਿਬ, ਇਹ ਵਧੀਆ ਹੋਣਾ ਵੀ ਵੀਡੀਓ ਵਾਇਰਲ ਹੋਈ ਤਾਂ ਪਤਾ ਲੱਗ ਗਿਆ। ਸਾਰੇ ਕਹਿੰਦੇ ਨੇ, ਲੋਕ ਵੀ ਇਹ ਗੱਲ ਕਹਿੰਦੇ ਨੇ, ਜੇ ਸ਼ਾਇਦ ਵੀਡੀਓ ਵਾਇਰਲ ਨਾ ਹੁੰਦੀ ਤਾਂ ਪਤਾ ਹੀ ਨਾ ਲੱਗਦਾ ਵੀ ਕੀ ਹੋ ਰਿਹਾ। ਬਿਲਕੁਲ ਨਹੀਂ, ਇਹ ਜਿਹੜੀ ਗੱਲ ਆ ਬਹੁਤ ਗਲਤ ਜਿਹੜੀ ਆ ਮਹੰਤ ਨੇ ਕੀਤੀ ਆ। ਅੰਦਰ ਜੇ ਬੈਠ ਕੇ ਘਰ ਦੇ ਵਿੱਚ ਰੌਲਾ ਮਾਵਾਂ ਧੀਆਂ ਦਾ ਹੁੰਦਾ, ਭੈਣ ਭਰਾਵਾਂ ਦਾ ਹੁੰਦਾ, ਘਰ ਦਾ ਲਾਣੇਦਾਰ ਕਿਹੜਾ ਜਿਹੜਾ ਆਪਣੇ ਘਰ ਦੇ ਲੜਾਈ ਜਿਹੜੀ ਆ ਭੈਣਾਂ ਭਰਾਵਾਂ ਦੀ ਉਹ ਗਲੀ ਮੁਹੱਲੇ 'ਚ ਲੈ ਜਾਵੇ। ਇਹਦਾ ਮਹੰਤ ਇਹਦੇ ਤੇ ਸਰੇਆਮ ਦੋਸ਼ੀ ਆ। ਤੇ ਇਸੇ ਗੱਲ ਤੇ ਉਹਨੂੰ ਨੈਤਿਕਤਾ ਦੇ ਆਧਾਰ ਤੇ ਉਹਨੂੰ ਅਸਤੀਫਾ ਦੇ ਦੇਣਾ। ਉਹ ਅਸਤੀਫੇ ਦੇ ਡਰਾਮੇ ਬਹੁਤ ਕਰਦਾ, 8-8 ਪੇਜਾਂ ਦੇ ਲੈਟਰ ਲਿਖਦਾ ਮੈਂਬਰਾਂ ਨੂੰ, ਜਿਹੜੀਆਂ ਗੱਲਾਂ ਹੋਈਆਂ ਵੀ ਨਹੀਂ, ਐ ਹੋ ਜਾਣਾ ਸੀ, ਐ ਹੋਏ, ਸੇਖ ਚਿੱਲੀ ਵਾਲੀਆਂ ਗੱਲਾਂ, ਖਿਆਲੀ ਪਲਾਓ ਬਣਾਉਂਦਾ, ਐ ਹੋ ਜਾਣਾ ਸੀ, ਉੱਥੇ ਐ ਹੋ ਜਾਣਾ ਸੀਗਾ, ਹੋਇਆ ਕੁਛ ਵੀ ਨਹੀਂ। ਤੇ ਉਹ ਜਿਹੜਾ ਮਹੰਤ ਆ, ਇਸ ਗੱਲ ਤੇ ਮੈਂ ਉਹਨੂੰ ਕਹਿਣਾ, ਮੈਂ ਤਾਂ ਬਣਨਾ ਹੀ ਨਹੀਂ ਚਾਹੁੰਦਾ। ਮੈਨੂੰ ਤਾਂ ਮੁੱਖ ਮੰਤਰੀ ਸਾਹਿਬ ਨੇ ਧੱਕੇ ਨਾ ਬਣਾਤਾ। ਮੈਂ ਤਾਂ ਇਹ ਪ੍ਰਧਾਨ ਹੀ ਨਹੀਂ ਰਹਿਣਾ ਚਾਹੁੰਦਾ। ਹੁਣ ਵੀ ਮੈਂ ਤਾਂ ਇਹੋ ਜਿਹੀ, ਮੈਨੂੰ ਤਾਂ ਨੀਂਦ ਨਹੀਂ ਆਉਂਦੀ। ਗੱਲਾਂ ਸੁਣਦੇ ਤੁਸੀਂ ਉਹਦੀਆਂ? ਮੈਨੂੰ ਤਾਂ ਡਿਪਰੈਸ਼ਨ, ਮੈਨੂੰ ਤਾਂ ਨੀਂਦ ਨਹੀਂ ਆਉਂਦੀ। ਮੈਂ ਕਹਿੰਦਾ ਇੱਕ ਤਾਂ ਡੌਪ ਟੈਸਟ ਉਹਦਾ, ਇੱਕ ਬ੍ਰਹਮਚਾਰੀ ਟੈਸਟ, ਤੇ ਇੱਕ ਮੈਂਟਲੀ ਅਪਸੈਟ ਦਵਾਈ ਖਾਂਦਾ। ਮੈਂ ਤਾਂ ਪਹਿਲਾਂ ਇਕੱਲੇ ਡੌਪ ਟੈਸਟ ਦੀ ਗੱਲ ਕਰਦਾ ਸੀ, ਮੈਂਟਲੀ ਅਪਸੈਟ ਦਾ ਤੇ ਆਪ ਮੰਨਿਆ ਮੇਰੇ ਕੋਲ। ਜਦੋਂ ਮੇਰੇ ਕੋਲ ਇੱਥੇ ਆਇਆ, ਮੈਨੂੰ ਕਹਿੰਦਾ ਦਾਦੂਵਾਲ ਸਾਹਿਬ ਮੈਂ ਨਸ਼ਾ ਨਹੀਂ ਕੋਈ ਕਰਦਾ, ਮੈਂ ਕਿ 18 ਗੋਲੀਆਂ ਮੈਂਟਲੀ ਅਪਸੈਟ ਦੀਆਂ ਖਾਂਦਾ। ਮੈਂ ਕਿਹਾ ਇਹ ਤਾਂ ਫਿਰ ਹੋਰ ਧੱਕਾ ਹੋ ਗਿਆ ਸਾਡੇ ਨਾਲ। ਅਸੀਂ ਤਾਂ ਇਕੱਲਾ ਨਸ਼ੇੜੀ ਸਮਝਦੇ, ਤੂੰ ਤਾਂ ਪਾਗਲ ਸਾਡੇ ਉੱਤੇ ਬਿਠਾਤਾ ਸਾਡੀ ਸੰਸਥਾ ਨੂੰ। ਤੇ ਪਾਗਲਾਂ ਵਾਲੀਆਂ ਗੱਲਾਂ ਕਰ ਰਿਹਾ ਸੰਸਥਾ ਨੂੰ ਬਦਨਾਮ ਕਰਨ ਵਾਸਤੇ। ਬੰਦਾ ਸਿੰਘ ਬਹਾਦਰ ਟਰਸਟ ਦਾ ਕਿੰਨਾ ਪੈਸਾ ਸੀ ਦਾਦੂਵਾਲ ਸਾਹਿਬ, ਇਹ ਦੱਸ ਦਿਓ। ਪਹਿਲੀ ਗੱਲ ਤਾਂ ਇਹ ਆ ਕਿ ਬਾਬਾ ਬੰਦਾ ਸਿੰਘ ਬਹਾਦਰ ਟਰਸਟ ਦਾ ਮੈਂ ਤਾਂ ਮੈਂਬਰ ਵੀ ਨਹੀਂ ਆ। ਉਹਦਾ ਚੇਅਰਮੈਨ ਆ ਮੁੱਖ ਮੰਤਰੀ ਸਾਹਿਬ ਤੇ ਵਾਈਸ ਚੇਅਰਮੈਨ ਆ ਗੁਰਵਿੰਦਰ ਸਿੰਘ ਧਮੀਜਾ, ਜਿਹੜਾ ਟਰਸਟ ਆ, ਤੇ ਹੋਰ ਮੈਂਬਰ ਨੇ। ਮੈਂ ਤਾਂ ਕਦੇ ਉਹ ਟਰਸਟ ਦੀ ਮੀਟਿੰਗ 'ਚ ਨਹੀਂ ਗਿਆ, ਟਰਸਟ ਦਾ ਮੈਂਬਰ ਨਹੀਂ ਹੈਗਾ। ਇਹ ਤਾਂ PTC ਦਾ ਬੇੜਾ ਗਰਕ ਹੋਇਆ, ਕਿਉਂਕਿ PTC ਨੇ ਤੇ ਬਾਦਲਾਂ ਨੇ ਠੇਕਾ ਚੱਕਿਆ ਹੋਇਆ ਕਿ ਦਾਦੂਵਾਲ ਨੂੰ ਬਦਨਾਮ ਕਰਨਾ। ਪਹਿਲਾਂ ਸੁਖਬੀਰ ਸਿੰਘ ਬਾਦਲ 10 ਸਾਲ ਦੇ ਰਾਜ 'ਚ ਦਾਦੂਵਾਲ ਨੂੰ ਐਂਟੀ ਨੈਸ਼ਨਲ ਦੇਸ਼ ਧਰੋਹੀ ਸਾਡੇ ਤੇ ਮੁਕੱਦਮੇ ਪਾਉਂਦਾ ਰਿਹਾ। ਅਸੀਂ ਉਹਨੂੰ ਦੱਸਦਾ ਸੀ ਤੇਰੇ ਨਾਲੋਂ ਵੱਡੇ ਰਾਸ਼ਟਰਵਾਦੀ ਆ। ਸਾਡੇ ਬਜ਼ੁਰਗ ਮੇਰੇ ਜਿਹੜੇ ਸਰਹੱਦਾਂ ਤੇ ਲੜੇ 18 ਸਿੱਖ ਰੈਜੀਮੈਂਟ 'ਚ, ਅਸੀਂ ਦੇਸ਼ ਕੌਮ ਧਰਮ ਲਈ ਖੜੇ ਆ, ਆਪਣੀ ਕੌਮ ਲਈ ਖੜੇ ਆ, ਪੰਥ ਲਈ ਖੜੇ ਆ, ਜਿੱਥੇ ਰਹਿੰਦੇ ਆ ਜਿਸ ਖਿੱਤੇ 'ਚ ਉਹਦੇ ਲਈ ਖੜੇ ਆ। ਉਹਦੀ ਇੱਕ ਗੱਲ ਸਿੱਧ ਨਹੀਂ ਹੋਣ ਤੀ, ਝੂਠੇ ਮੁਕੱਦਮੇ ਰੱਦ ਕਰਨੇ ਪਏ। ਹੁਣ ਇਹ PTC ਸਾਰੀਆਂ ਗੱਲਾਂ ਇਹ ਦਾਦੂਵਾਲ ਨੇ ਗਾਲਾਂ ਕੱਢੀਆਂ। ਮੈਂ ਤਾਂ ਵਕੀਲ ਨਾਲ ਰਾਏ ਕੀਤੀ ਆ, ਕਾਨੂੰਨੀ ਨੋਟਿਸ ਭੇਜਣ ਦੀ ਤਿਆਰੀ ਕਰ ਰਿਹਾ ਇੱਕ ਮਹੰਤ ਨੂੰ, ਜਿਹੜਾ 98 ਲੱਖ ਵਾਲਾ, ਤੇ ਦੂਜਾ ਭੇਜਣ ਦਾ ਜਿਹੜਾ ਹੈਗਾ ਆਪਣਾ PTC ਚੈਨਲ ਨੂੰ, ਜਿਹਨੇ ਉਹ ਬੰਦਾ ਸਿੰਘ ਬਹਾਦਰ ਮੇਰੇ ਕਿਤੇ ਸੁਪਨੇ 'ਚ ਵੀ ਨਹੀਂ ਆ। ਲੋਹਗੜ੍ਹ ਦਾ ਟਰਸਟ ਮੈਂ ਕਿਤੇ ਉਹਦਾ ਮੈਂਬਰ ਵੀ ਨਹੀਂ ਆ, ਤੇ ਉਹਦੇ ਕਰੋੜਾਂ ਰੁਪਏ ਮੇਰੇ ਖਾਤੇ 'ਚ ਪਾਤੇ। ਦੱਸੋ, ਕਹਿੰਦੇ ਇਹ ਦਾਦੂਵਾਲ ਸਾਹਿਬ ਨੇ। ਇੱਕ ਗੱਲ ਦੱਸੋ ਦਾਦੂਵਾਲ ਸਾਹਿਬ, ਕੈਮਰੇ ਕੰਨੀ ਹੱਥ ਕਰਕੇ, ਕਿ ਕੱਲ ਨੂੰ ਜੇ ਇਨਕੁਆਇਰੀ ਵੇਟ ਹੁੰਦੀ ਹੈ, ਬੇਸ਼ੱਕ ਉਹ ਹਰਿਆਣਾ ਸਰਕਾਰ ਕਰਾਵੇ, ਬੇਸ਼ੱਕ ਤਖਤ
ਸ਼੍ਰੀ ਅਕਾਲ ਤਖਤ ਸਾਹਿਬ ਕਰਾਉਣ। ਦਾਦੂਵਾਲ ਸਾਹਿਬ ਜੇ ਦੋਸ਼ੀ ਪਾਏ ਜਾਂਦੇ ਹੈ, ਦਾਦੂਵਾਲ ਸਾਹਿਬ ਨੂੰ ਕਿਹੜੀ ਸਜ਼ਾ ਮਿਲਣੀ? ਦੇਖੋ ਪਰਮਿੰਦਰ ਸਿੰਘ, ਸਭ ਤੋਂ ਪਹਿਲਾਂ ਮੈਂ ਖੁਦ ਕਿਹਾ ਕਿ ਹਰਿਆਣਾ ਸਰਕਾਰ ਆਡਿਟ ਕਰਾਵੇ। ਜੇ 98 ਰੁਪਈਆਂ ਦਾ ਫਰਕ ਵੀ ਰਹਿ ਜੇ ਤੇ ਮੈਂ ਆਪ ਕਮੇਟੀ ਤੋਂ ਅਸਤੀਫਾ ਦੇ ਦੂੰਗਾ ਤੇ ਸਜ਼ਾ ਜਿਹੜੀ ਸੰਗਤ ਲਾਊ ਉਹ ਭੁਗਤਣ ਲਈ ਹੇਠਾਂ ਬਹਿ ਕੇ ਸੰਗਤ ਦੇ ਤਾਂ ਅਸੀਂ ਸਦਾ ਹੀ ਸਮਰਪਿਤ ਹਾਂ। ਬਹੁਤ ਵੱਡੀ ਗੱਲ, ਵੱਡੀਆਂ ਗੱਲਾਂ ਹੀ ਕਰਦੇ ਆਂ, ਛੋਟੀ ਕਦੇ ਕੀਤੀ ਨਹੀਂ ਆ। ਵੱਡੀਆਂ ਗੱਲਾਂ ਹੀ ਕਰਦੇ ਆਂ, ਵੱਡੀ ਲੜਾਈ ਲੜਦੇ ਆਂ, ਵੱਡੇ ਹੀ ਸੰਘਰਸ਼ਾਂ ਦੇ ਵਿੱਚੋਂ ਲੰਘੇ ਆ। ਤਾਂ ਹੀ ਆ ਜਿੰਨੀਆਂ ਇਹਨਾਂ ਦੀਆਂ ਗੱਲਾਂ ਮਾਰਦੇ ਉਹਨੇ ਦਿਨ ਤੇ ਇਹਨਾਂ ਦੀ ਉਮਰਾਂ ਨਹੀਂ ਹੋਣੀਆਂ ਜਿੰਨੀਆਂ ਅਸੀਂ ਜੇਲ੍ਹਾਂ ਕੱਟੀਆਂ ਨੇ, ਜਿੰਨੇ ਅਸੀਂ ਸੰਘਰਸ਼ ਚੱਲੇ, ਜਿੰਨੇ ਮੁਕੱਦਮੇ ਪੰਥ ਦੀ ਲੜਾਈ ਪਿੱਛੇ ਝੱਲੇ ਆ। ਗੱਲਾਂ ਮਾਰਦੇ ਇਹਨਾਂ ਦਾ ਕਦੇ ਕੋਈ ਯੋਗਦਾਨ ਹੈ ਮਹੰਤ ਵਰਗੇ ਦਾ? ਅਜੇ ਵੀ ਨਸ਼ਾ ਪਤਾ ਨਹੀਂ ਕਿਹੜਾ ਕਰਦਾ, ਖਾ ਕੇ ਸੁੱਤਾ ਰਹਿੰਦਾ। ਕਦੇ ਤੁਸੀਂ ਸੁਣਿਆ ਪੰਥ ਦੇ ਵਿੱਚ ਕਿ ਮਹੰਤ ਕਰਮਜੀਤ ਆ ਜਿਹੜਾ ਲੈ ਚੱਲਿਆ, ਰੌਲਾ ਕਾਹਦਾ ਸੀਗਾ? ਮੁੱਖ ਦਫ਼ਤਰ ਅਖੇ ਉੱਥੇ ਲੈ ਜਾਣਾ, ਜਿਹੜਾ ਸਬ ਦਫ਼ਤਰ ਬਣਾ ਕੇ ਉੱਥੇ ਜਮਨਾ ਨਗਰ ਇਤਿਹਾਸ ਦਾ ਸਿੱਖ ਇਤਿਹਾਸ ਰਿਸਰਚ ਸੈਂਟਰ ਜਿਹੜਾ ਉਹ ਜਮਨਾ ਨਗਰ ਲੈ ਜਾਣਾ। ਅਖੇ ਮਹੰਤ ਜੀ ਦੇ ਪੰਥਕ ਰੁਝੇਵੇਂ ਬਹੁਤ ਆ, ਪੰਥਕ ਸਰਗਰਮੀਆਂ ਤੁਸੀਂ ਕਦੇ ਦੇਖਿਆ? ਦੱਸ ਦਿਓ ਮੈਨੂੰ, ਤੂੰ ਕਦੇ ਦੇਖਿਆ, ਕਦੇ ਸੁਣਿਆ ਸੀ ਪ੍ਰਧਾਨ ਬਣਨ ਤੋਂ ਪਹਿਲਾਂ ਨਾਮ ਮਹੰਤ ਕਰਮਜੀਤ ਸਿੰਘ ਦਾ? ਨਹੀਂ। ਦੱਸ ਦਿਓ, ਸੁਣਿਆ ਕਦੇ? ਨਹੀਂ ਸੁਣਿਆ। ਕੋਈ ਪੰਥਕ ਸਰਗਰਮੀ ਦੇਖੀ? ਨਹੀਂ ਵੇਖੀ। ਤੇ ਫਿਰ ਆ ਲਿਖੀ ਪਈ ਹੈ ਇਹਦੇ ਵਿੱਚ, ਤੁਸੀਂ ਦੇਖ ਲਓ 51 ਨੰਬਰ ਤੇ 52 ਨੰਬਰ ਮਤਾ ਜਿਹੜਾ ਇਹਦੇ 'ਚ ਇਹਨਾਂ ਨੇ ਲਿਖਿਆ ਪਿਆ ਮਹੰਤ ਜੀ ਦੀਆਂ ਪੰਥਕ ਸਰਗਰਮੀਆਂ ਬੜੀਆਂ ਨੇ, ਜਿਸ ਕਰਕੇ ਮਹੰਤ ਜੀ ਦਾ ਜਿਹੜਾ ਦਫ਼ਤਰ ਆ ਉਹ ਜਮਨਾ ਨਗਰ ਹੀ ਵੀ ਨਾਲ ਤੋਂ ਆਉਣਾ ਪੈਣਾ। ਹੋਰ ਅਸੀਂ ਇਹਨਾਂ ਦੇ ਡੇਰੇ ਲਿਜਾਣ ਵਾਸਤੇ ਕਮੇਟੀ ਲੜੀ ਸੀ। ਅਸੀਂ ਮੁਕੱਦਮੇ ਜਿਹੜੇ ਮੇਰੇ ਤੇ 4 ਮੁਕੱਦਮੇ ਬਾਦਲਾਂ ਨੇ ਪਾਏ 2014 'ਚ ਕਮੇਟੀ ਦੇ ਦੁੱਖੋਂ, 2 ਫਰੀਦਕੋਟ ਤੇ 2 ਮਾਨਸੇ। ਅਸੀਂ ਆ ਮਹੰਤ ਦੇ ਡੇਰੇ ਦਫ਼ਤਰ ਲਿਜਾਉਣ ਵਾਸਤੇ ਲੜੇ ਸੀ। ਦਾਦੂ ਸਾਹਿਬ ਗੱਲ ਹੋਰ ਵੀ ਹੈ ਨਾ, ਤੁਸੀਂ ਵੀ ਗੱਲ ਕੰਪਲੀਟ ਨਹੀਂ ਕਰ ਰਹੇ। ਉਹ ਕਹਿੰਦੇ ਰੌਲਾ ਤਾਂ ਇਹ ਸੀ ਕਿ ਸਿੱਖ ਜਿਹੜੇ ਸਰੂਪ ਹੈ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲੈ ਕੇ ਜਾਣਾ ਚਾਹੁੰਦੇ ਸੀ ਬਲਜੀਤ ਸਿੰਘ ਦਾਦੂਵਾਲ, ਤੇ ਅਸੀਂ ਰੋਕਤਾ। ਕਹਿੰਦੇ 328 ਸਰੂਪ ਪੰਜਾਬ ਦੇ ਵਿੱਚ ਵੀ ਪਹਿਲਾਂ ਚੋਰੀ ਹੋਏ ਸੀ, ਉਹਨਾਂ ਦਾ ਕੁਝ ਪਤਾ ਨਹੀਂ ਲੱਗਿਆ। ਇਹ ਵੀ ਗੱਲ ਦਾ ਉਹਨਾਂ ਨੂੰ ਨੋਟਿਸ ਭੇਜੂਗਾ ਦਾਦੂਵਾਲ ਮਹੰਤ ਕਰਮਜੀਤ ਨੂੰ ਕਿ ਮੇਰਾ ਤਾਂ ਸਰੂਪਾਂ ਵਾਲੇ ਮਸਲੇ ਨਾਲ ਕੋਈ ਲੈਣ ਦੇਣ ਹੀ ਨਹੀਂ ਹੈਗਾ। ਮੇਰੀ ਗੱਲ ਸੁਣ ਲਓ, ਮੇਰੀ ਵੀ ਪੂਰੀ ਹੋ ਲੈਣ ਦਿਓ। ਉਹ ਕਹਿੰਦੇ ਜਦੋਂ ਇਹਨਾਂ ਨੂੰ ਅਸੀਂ ਕਿਹਾ ਕਿ ਤੁਹਾਡਾ ਜਿਹੜਾ ਮੈਨੇਜਰ ਹੈਗਾ ਉੱਥੋਂ ਦਾ ਉਹ ਲਿਖ ਕੇ ਦੇਵੇ, ਤੁਸੀਂ ਲਿਖ ਕੇ ਦੇਣ ਨੂੰ ਵੀ ਤਿਆਰ ਨਹੀਂ ਹੋਏ। ਉਹ ਕਹਿੰਦੇ ਤੁਸੀਂ ਲੈ ਕੇ ਜਾਣਾ ਸਰੂਪ ਲੈ ਜਾਓ ਪਰ ਲਿਖ ਕੇ ਦਿਓ। ਕਹਿੰਦੇ ਦਾਦੂਵਾਲ ਸਾਹਿਬ ਨੇ ਕੋਰਾ ਜਵਾਬ ਦਿੱਤਾ, ਅਸੀਂ ਲੈ ਕੇ ਵੀ ਜਾਣੇ ਆ ਪਰ ਲਿਖਤੀ ਰੂਪ ਵਿੱਚ ਵੀ ਨਹੀਂ। ਮੈਂ ਤੁਹਾਨੂੰ ਕਹਿਣਾ ਚਾਹੁੰਦਾ ਤੁਸੀਂ ਵੀ ਹੋਮਵਰਕ ਕਰੋ ਇਹਦੇ ਤੇ ਪੂਰਾ। ਜਿਹੜਾ ਸਰੂਪਾਂ ਵਾਲਾ ਮਸਲਾ ਦਾਦੂਵਾਲ ਦਾ ਕੋਈ ਲੈਣ ਦੇਣ ਨਹੀਂ ਉਸ ਮਸਲੇ ਨਾਲ। ਉਹ ਮਸਲਾ ਕੀ ਆ? ਗੁਰੂ ਸਾਹਿਬ ਦੇ ਸਰੂਪ ਕੁਰੂਕਸ਼ੇਤਰ ਤੋਂ ਜੀਂਦ ਲਿਜਾਣੇ ਸੀ। ਜੀਂਦ ਵਾਲੇ ਮੈਂਬਰਾਂ ਦੀ ਮੰਗ ਸੀ, ਭਵਾਨੀ ਵਾਲਿਆਂ ਦੀ ਮੰਗ ਸੀਗੀ। ਉਹ ਮੈਂਬਰ ਅੱਜ ਵੀ ਸੁਦਰਸ਼ਨ ਸਿੰਘ ਗਾਵੜੀ ਬੜਾ ਗੁਰਮੁਖ ਆਦਮੀ ਉਧਰ ਪਿੰਡਾਂ ਦੇ ਵਿੱਚ ਵਰਕ ਕਰਦਾ। ਉਹ ਕਹਿੰਦੇ ਪਿੰਡਾਂ 'ਚ ਮਹਾਰਾਜ ਦੇ ਸਰੂਪਾਂ ਦੀ ਲੋੜ ਆ, ਬਿਰਧ ਸਰੂਪਾਂ ਲੈ ਜਾਵਾਂਗੇ, ਨਵੇਂ ਦੇ ਦਿਆਂਗੇ ਸਰੂਪ। ਇੱਕ ਬੀਬੀ ਪਰਮਿੰਦਰ ਕੌਰ ਨੇ, ਉਹਨਾਂ ਦੇ ਪਤੀ ਆ ਸਰਦਾਰ ਗੁਰਜਿੰਦਰ ਸਿੰਘ, ਉਹ ਬੜੇ ਅਣਥੱਕ ਸੇਵਾਦਾਰ ਆ ਉੱਥੇ, ਉਹਨਾਂ ਦੀ ਮੰਗ ਸੀ। ਤੇ ਮਹੰਤ ਖੁਦ ਅਨਾਉਂਸ ਕਰਕੇ ਆਇਆ ਸੀਗਾ ਉੱਥੇ ਕਿ ਅਸੀਂ ਇੱਥੇ ਜਿਹੜੇ ਇਸ ਇਲਾਕੇ ਵਾਸਤੇ ਸਰੂਪ ਆ ਉਹ ਜੀਂਦ ਗੁਰਦੁਆਰਾ ਸਾਹਿਬ ਰੱਖਾਂਗੇ। ਹੁਣ ਇੱਕ ਗੁਰਦੁਆਰੇ ਤੋਂ ਦੂਜੇ ਗੁਰਦੁਆਰੇ ਸਰੂਪ ਲਿਜਾਣੇ, ਪਹਿਲੀ ਗੱਲ ਤਾਂ ਮੇਰਾ ਉਹਦੇ ਨਾਲ ਵਾਸਤਾ ਕੋਈ ਨਹੀਂ, ਪਰ ਦੂਸਰੀ ਗੱਲ ਇਹ ਵੀ ਆ ਕਿ ਦੋਨੇ ਹਰਿਆਣਾ ਕਮੇਟੀ ਦੇ ਗੁਰਦੁਆਰੇ ਆ। ਹੁਣ ਇੱਕ 'ਚ ਸਰੂਪ ਰੱਖ ਲੈ, ਜਦੋਂ ਮੇਰਾ ਪ੍ਰਬੰਧ ਆ ਇੱਥੇ ਦਾਦੂਵਾਲ, ਮੇਰਾ ਪ੍ਰਬੰਧ ਆ ਕੋਟ ਸ਼ਮੀਰ ਜੰਡਾਲੀ ਸਰ ਸਾਹਿਬ, ਹੁਣ ਸਰੂਪ ਇੱਥੇ ਰੱਖ ਲਾਂ ਜਾਂ ਜੰਡਾਲੀ ਸਰ ਰੱਖ ਲਾਂ, ਦੋਨਾਂ ਥਾਵਾਂ ਤੇ ਸੇਵਾ ਮੇਰੀ ਆ, ਪ੍ਰਬੰਧ ਮੇਰਾ ਆ, ਕੋਈ ਫਰਕ ਨਹੀਂ ਆ। ਉਹ ਹਰਿਆਣਾ ਕਮੇਟੀ ਦੇ ਦੋਨੇ ਗੁਰਦੁਆਰੇ। ਡਿਮਾਂਡ ਦੀ ਉਦੋਂ ਲੋੜ ਹੁੰਦੀ, ਮੰਗ ਦੀ ਉਦੋਂ ਲੋੜ ਹੁੰਦੀ ਜਦੋਂ ਪਬਲਿਕ ਦੇ ਜਾਣੇ ਹੋਣ, ਪਿੰਡਾਂ 'ਚ ਜਾਣੇ ਹੋਣ, ਕਿਸੇ ਦੇ ਘਰ ਜਾਣੇ ਹੋਣ, ਫਿਰ ਲਿਖਤੀ ਹੁੰਦੀ ਆ ਮੈਨੇਜਰ ਦੇ ਕੋਲ, ਸਾਰਾ ਮੰਗਿਆ ਜਾਂਦਾ, ਫਿਰ ਉਹ ਜਗ੍ਹਾ ਦੇਖੀ ਜਾਂਦੀ ਆ, 5 ਸਿੰਘ ਜਾ ਕੇ ਦੇਖਦੇ ਆ ਕਿ ਇੱਥੇ ਸਰੂਪ ਆ ਸਕਦੇ ਆ ਕਿ ਨਹੀਂ, ਲੋੜ ਹੈ ਕਿ ਨਹੀਂ, ਫਿਰ ਦਫ਼ਤਰ ਨੂੰ ਰਿਪੋਰਟ ਤੇ ਫਿਰ ਮਹਾਰਾਜ ਦੇ ਸਰੂਪ ਉੱਥੇ ਜਾਣੇ ਹੁੰਦੇ ਆ। ਦੂਸਰੀ ਗੱਲ ਇਹਦੇ ਤੇ ਗਾਹਾਂ ਉੱਥੇ ਦੀ ਮੰਗ ਆ, ਦਫ਼ਤਰ ਨੂੰ ਉਹ ਸੰਪਰਕ ਕਰ ਰਹੇ ਆ ਪ੍ਰਧਾਨ ਨਾਲ। ਪ੍ਰਧਾਨ ਨੇ ਜਦੋਂ ਫੋਨ ਨਹੀਂ ਸੁਣਿਆ ਤਾਂ ਉਹਨਾਂ ਨੇ ਜਨਰਲ ਸਕੱਤਰ ਨੂੰ ਕਰ ਲਿਆ। ਜਨਰਲ ਸਕੱਤਰ ਨੇ ਫੋਨ, ਧਮੀਜਾ ਨੇ ਫੋਨ ਮਹੰਤ ਨੂੰ ਕੀਤਾ ਤੇ ਮਹੰਤ ਨੇ, ਉਹ ਆਡੀਓ ਵਾਇਰਲ ਹੋ ਗਈ ਹੁਣ ਤਾਂ, ਜਿਹੜੀ ਮਹੰਤ ਤੇ ਧਮੀਜਾ ਦੀ ਗੱਲ ਹੋਈ ਹੈ। ਇੱਕ ਵਾਰ ਮਹੰਤ ਨੇ ਨਹੀਂ ਰੋਕਿਆ 25 ਸਰੂਪ ਲਿਜਾਣ ਤੋਂ, ਸਗੋਂ ਕਿਹਾ ਮੈਂ ਦਫ਼ਤਰ 'ਚ ਫੋਨ ਕਰਦਾ। ਧਮੀਜਾ ਦਾ ਫੋਨ ਕੱਟ ਕੇ ਤੇ ਉਧਰ ਦਫ਼ਤਰ ਦੇ ਵਿੱਚ ਫੋਨ ਕਰਕੇ ਮਹੰਤ ਨੇ ਕਿਹਾ ਤਾਲੇ ਲਾ ਦਿਓ। ਮਹੰਤ ਦਾ OSD ਕਹਿ ਰਿਹਾ, ਜਿਹੜਾ ਬਾਦਲਾਂ ਦਾ ਸਪਾਹ ਸਲਾਰ ਜਾ ਕੇ, ਜਿਹੜਾ ਆਥਣ ਨੂੰ ਬਾਦਲ ਪਿੰਡ ਹੁੰਦਾ ਸੀ ਜਦੋਂ ਦਮਦਮਾ ਸਾਹਿਬ ਮੈਨੇਜਰ ਹੁੰਦਾ ਸੀਗਾ, ਬਾਦਲਾਂ ਦਾ ਟੈਂਡਰ ਮੈਂ ਤਾਂ ਕਹਿੰਦਾ ਵੀ ਮੁੱਖ ਸਕੱਤਰ ਵੀ ਬਾਦਲਾਂ ਦਾ ਲਾਤਾ, OSD ਵੀ ਬਾਦਲਾਂ ਦਾ ਲਾਤਾ ਤੇ ਡਾਇਰੈਕਸ਼ਨ ਵੀ ਸਾਰੀ ਬਾਦਲਾਂ ਤੋਂ ਮਹੰਤ ਲੈਂਦਾ ਤੇ ਉਹਨਾਂ ਦੇ ਕਹਿਣ ਤੇ ਸਾਰਾ ਕੁਝ ਕਰ ਰਿਹਾ ਕਿ ਇਹ ਸਾਰਾ ਕਮੇਟੀ ਬਦਨਾਮ ਹੋ ਜੇ ਤੇ ਮੁੜ ਬਾਦਲਾਂ ਦੇ ਜਿਹੜੀ ਹੈਗਾ ਗੋਦ 'ਚ ਚਲੀ ਜਾਵੇ। ਹੁਣ ਤੁਸੀਂ ਦੇਖੋ ਮਹੰਤ ਨੇ ਧਮੀਜਾ ਨੂੰ ਮਨਾ ਨਹੀਂ ਕੀਤਾ, ਆਡੀਓ ਵਾਇਰਲ ਹੋ ਗਈ, ਤੁਸੀਂ ਵੀ ਆਪਣੇ ਚੈਨਲ ਤੇ ਪਾ ਦਿਓ ਉਹ ਆਡੀਓ, ਔਰ ਉਹਦੇ 'ਚ ਮਨਾ ਨਹੀਂ ਕੀਤਾ, ਦਫ਼ਤਰ ਨੂੰ ਮਨਾ ਕਰ ਰਿਹਾ, ਦਬਕੇ ਮਾਰ ਰਿਹਾ ਕਿ ਖਬਰਦਾਰ, ਕਿਸੇ ਨੇ ਗਾਲਾਂ ਵੀ ਕੱਢੀਆਂ ਮਹੰਤ ਨੇ। ਉਹ
महंत कहंदा मैं गालां नहीं कढ़दा, वो आडियो 'च गालां सुन लो महंत दियां, वो आडियो दे विच भी गालां कढ़ रिहा, गालां गल्लां गल्लां 'च गालां कढ़ रिहा, जिहड़ी तमीज़ां नाल गल कर रिहा, मां दी गाल भी भैण दी गाल भी सारियां गालां ਉਹਦੇ 'ਚ महंत दियां सुन लो तुसीं। और फिर उस तो बाद अगे आ जाओ, बेअदबी तां महंत ने कीती आ, महाराज दे ਸਰੂਪ तां किते गए ही नहीं, जे ਜਾਂਦੇ तां बेअदबी ਹੁੰਦੀ ਨਾ, ਜਦੋਂ ਮਹਾਰਾਜ ਦੇ ਸਰੂਪ ਕਿਤੇ ਗਏ ਹੀ ਨਹੀਂ ਆ, ਕਹਿੰਦੇ ਸੀ ਰੋਕ ਲਏ, ਨਹੀਂ ਜਦੋਂ ਗਏ ਹੀ ਨਹੀਂ ਫਿਰ ਬੇਅਦਬੀ ਤਾਂ ਹੋਈ ਨਹੀਂ ਕੋਈ, ਸਗੋਂ 5 ਪਿਆਰਿਆਂ ਦੀ ਬੇਅਦਬੀ ਮਹੰਤ ਨੇ ਕੀਤੀ, ਜਿਹੜੇ ਜੀਨ ਤੋਂ ਤਿਆਰ ਹੋ ਕੇ ਇੱਥੇ ਆਏ ਸੀ। ਅੱਗੇ ਸੰਗਤਾਂ ਜਿਹੜੇ ਸਰੂਪ ਲੈਣ ਵਾਸਤੇ ਮਹਾਰਾਜ ਦਾ ਸਰੂਪ ਲੈਣ ਲਈ 5 ਪਿਆਰੇ ਆਏ ਸੀ, ਉਹਨਾਂ ਨੂੰ ਤਿਆਰ ਬਰ ਤਿਆਰ 5 ਪਿਆਰਿਆਂ ਨੂੰ ਮੁੜਨਾ ਪਿਆ, ਬੇਅਦਬੀ ਤਾਂ ਮਹੰਤ ਨੇ ਕਰਾਈ। ਔਰ ਦੂਜਾ ਇਹ ਸਾਰੇ ਐਪੀਸੋਡ ਦੇ ਨਾਲ ਦਾਦੂਵਾਲ ਦਾ ਤਾਂ ਨਾ ਕਿਤੇ ਫੋਨ, ਨਾ ਕਿਤੇ ਮੰਗ, ਨਾ ਕਿਤੇ ਦਾਖਲਾ, ਇਹ ਤਾਂ ਸਾਰੀਆਂ ਗੱਲਾਂ ਪੀਟੀਸੀ ਜਿਹੜਾ ਹੈਗਾ ਉਹ ਕਰ ਰਿਹਾ ਤੇ ਜਾਂ ਮਹੰਤ ਕਰ ਰਿਹਾ। ਅੱਛਾ, ਮੇਰਾ ਤਾਂ ਇਹਦੇ ਵਿੱਚ ਕੋਈ ਜ਼ਿਕਰ ਹੀ ਨਹੀਂ ਹੈਗਾ। ਉਹ ਜਨਰਲ ਸੈਕਟਰੀ ਦਾ ਤੇ ਦਫ਼ਤਰ ਦਾ ਤੇ ਮਹੰਤ ਦਾ ਉਹ ਆਪਸੀ ਤਾਲਮੇਲ ਜਿਹੜੀ ਗੱਲਬਾਤ। ਪਰ ਮੈਂ ਇੱਕ ਗੱਲ ਹਰਿਆਣੇ ਦੀਆਂ ਸੰਗਤਾਂ ਨੂੰ ਖਾਸ ਕਰਕੇ ਬੇਨਤੀ ਕਰਨੀ ਚਾਹੁੰਦਾ ਕਿ ਭਾਵੇਂ ਮੇਰਾ ਉਸ ਸਾਰੇ ਐਪੀਸੋਡ ਨਾਲ ਵਾਸਤਾ ਨਹੀਂ, ਪਰ ਮੈਂ ਉਹਦੀ ਵਿਚਾਰ ਕੀਤੀ, ਸਾਰੀ ਉਹਦੀ ਜਾਂਚ ਕੀਤੀ, ਕਿਉਂਕਿ ਮਸਲਾ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਸੀ। ਮਹੰਤ ਦੋਸ਼ੀ ਆ, ਉਹਨੇ ਧਮੀਜਾ ਨੂੰ ਗੁੱਠੇ ਲਾਉਣ ਵਾਸਤੇ ਗੁਰੂ ਮਹਾਰਾਜ ਦਾ ਸਰੂਪ ਦੀ ਢਾਲ ਵਰਤੀ ਆ। ਜਿਹੜੀ ਕਮੇਟੀ ਮਹੰਤ ਨੇ ਬਣਾਈ 5 ਮੈਂਬਰੀ ਜਾਂਚ ਕਮੇਟੀ, ਉਹਦਾ ਜਿਹੜਾ ਮੁਖੀ ਸੀਗਾ ਸੀਨੀਅਰ ਮੀਤ ਪ੍ਰਧਾਨ ਭੁਪਿੰਦਰ ਸਿੰਘ ਅਸੰਧ, ਉਹ SGPC 'ਚ ਵੀ ਐਗਜ਼ੈਕਟਿਵ ਮੈਂਬਰ ਆ, ਉਹਨੇ ਕਲੀਨ ਚਿੱਟ ਦੇ ਦਿੱਤੀ। ਉਹ ਕਹਿੰਦੇ ਨਾ ਸਰੂਪ ਗਏ, ਨਾ ਸਰੂਪਾਂ ਦੀ ਕੋਈ ਬੇਅਦਬੀ ਹੋਈ, ਤੇ ਧਮੀਜਾ ਨੂੰ ਕਲੀਨ ਚਿੱਟ ਦਿੱਤੀ। ਕਹਿੰਦੇ ਸਾਰੇ ਖਿਆਲੀ ਪਲਾਓ ਜਿਹੜੇ ਮਹੰਤ ਨੇ, ਮਹੰਤ ਦੀ ਬਣਾਈ ਕਮੇਟੀ ਮਹੰਤ ਨੂੰ ਦੋਸ਼ੀ ਕਰ ਗਈ। ਦੱਸੋ, ਸਰੂਪਾਂ ਵਾਲੀ ਗੱਲ, ਮਹੰਤ ਦੀ ਬਣਾਈ ਕਮੇਟੀ ਜਿਹਨੂੰ ਮਹੰਤ ਦੋਸ਼ੀ ਕਹਿ ਰਹੇ ਉਹਨੂੰ ਕਲੀਨ ਚਿੱਟ ਦੇ ਦਿੱਤੀ ਤੇ ਮਹੰਤ ਦੋਸ਼ੀ ਆ। ਇਹ ਤਾਂ ਹਰਿਆਣੇ ਦੀਆਂ ਸੰਗਤਾਂ ਨੂੰ ਮੈਂ ਬੇਨਤੀ ਕਰੂੰਗਾ ਕਿ ਮਹੰਤ ਨੂੰ ਬਿਠਾ ਕੇ ਪੁੱਛਣ, ਅਕਾਲ ਤਖਤ ਸਾਹਿਬ ਤੇ ਮਹੰਤ ਨਹੀਂ ਜਾਂਦਾ ਤਾਂ ਅਕਾਲ ਤਖਤ ਸਾਹਿਬ ਸਵੈ ਨੋਟਿਸ ਲਵੇ, ਆਪਣੇ ਆਪ ਸੂਮੋਟੋ ਨੋਟਿਸ ਲਵੇ ਕਿ ਮਹੰਤ ਨੇ ਗੁਰੂ ਗ੍ਰੰਥ ਸਾਹਿਬ ਦੀ ਢਾਲ ਕਿਉਂ ਵਰਤੀ ਆ। ਮਹੰਤ ਦੋਸ਼ੀ ਆ ਕਿ ਆਪਣੇ ਵਿਰੋਧੀ ਨੂੰ ਗੁੱਠੇ ਲਾਉਣ ਵਾਸਤੇ ਮਹੰਤ ਨੇ ਗੁਰੂ ਗ੍ਰੰਥ ਸਾਹਿਬ ਦਾ ਨਾਂ ਉਹਨੇ ਤਾਂ ਧਮੀਜਾ ਦੀ ਮੌਤ ਦਾ ਪ੍ਰਬੰਧ ਕਰਤਾ, ਮੌਤ ਦੇ ਵਾਰੰਟ ਜਾਰੀ ਕਰਤੇ ਸੀ ਮਹੰਤ ਨੇ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਪਿੱਛੇ ਤੇ ਬੰਦਾ ਮਾਰ ਦਿੰਦੇ ਆ ਸਿੱਖ, ਉਹਨੇ ਤਾਂ ਧਮੀਜਾ ਦਾ ਕੀਰਤਨ ਸੋਲਾ ਪੜ੍ਹਨ ਵਾਸਤੇ ਪ੍ਰਬੰਧ ਕਰਤਾ ਸੀਗਾ ਵੀ ਇਹਦਾ ਇਹ ਕਹਿ ਦਈਏ ਕਿ ਇਹਦੇ ਬੇਅਦਬੀ ਕਰਨ ਲੱਗਾ ਸੀ 25 ਸਰੂਪਾਂ ਦੀ। ਮੈਂ ਤਾਂ ਹਰਿਆਣਾ ਸਰਕਾਰ ਨੂੰ ਕਹੂੰਗਾ ਕਿ ਧਮੀਜਾ ਦੀ ਸਿਕਿਉਰਿਟੀ ਦਾ ਹੋਰ ਪ੍ਰਬੰਧ ਕਰਨਾ ਚਾਹੀਦਾ, ਕਿਉਂਕਿ ਸਿੱਖਾਂ ਦੇ ਵਿੱਚ ਰੋਜ਼ ਕੇ ਬੇਅਦਬੀ ਕਰ ਦੇਣ ਲੱਗਾ ਸੀਗਾ ਧਮੀਜਾ। ਇਹ ਤਾਂ ਮਹੰਤ ਨੇ ਤਾਂ ਉਹਦੇ ਡੈਥ ਵਾਰੰਟ ਜਾਰੀ ਕਰਤੇ, ਉਹ ਤਾਂ ਮਰਵਾਉਣ ਦਾ ਪ੍ਰਬੰਧ ਕਰ ਲਿਆ ਸੀਗਾ ਮਹੰਤ ਨੇ, ਜਦੋਂ ਕਿ ਧਮੀਜਾ ਦਾ ਇਸ ਗੁਰੂ ਗ੍ਰੰਥ ਸਾਹਿਬ ਵਾਲੇ ਸਰੂਪਾਂ ਵਾਲੇ ਮਸਲੇ 'ਚ ਕੋਈ ਇਹੋ ਜੀ ਮਨਸਾ ਹੀ ਨਹੀਂ ਹੈ, ਨਾ ਸਰੂਪ ਗਏ ਨਾ ਬੇਅਦਬੀ ਹੋਈ। ਜਿਹੜੀ ਮੀਟਿੰਗ ਹੋਈ ਸੀ ਉਹ ਮੀਟਿੰਗ ਦਾ ਮੁੱਖ ਏਜੰਡਾ ਕੀ ਸੀ? ਮੁੱਖ ਏਜੰਡੇ ਆ ਸਾਰੇ ਏਜੰਡੇ ਆ, ਐਗਜ਼ੈਕਟਿਵ ਦੀ ਮੀਟਿੰਗ ਆ, ਐਗਜ਼ੈਕਟਿਵ ਦੀ ਮੀਟਿੰਗ 'ਚ ਸਾਰੇ ਏਜੰਡੇ 47 ਏਜੰਡਿਆਂ ਤੱਕ ਜਿਹੜੀ ਸਮੂਥ ਗੱਲ ਚੱਲੀ ਗਈ। 1.5-2 ਘੰਟੇ ਬੈਠੇ ਰਹੇ। 47ਵੇਂ ਮਤੇ ਤੇ ਉਹਨਾਂ ਦੀ ਪਲਾਨਿੰਗ ਸੀਗੀ ਕਿ ਰੌਲਾ ਪਾਉਣਾ, ਤੇ ਉਹਨਾਂ ਨੇ ਮਸਲੇ ਹੀ ਇਦਾਂ ਦੇ। ਉਹ ਜਿਹੜਾ ਕਮੀਜ਼ ਸਕੱਤਰ ਮੋਹਨਜੀਤ ਸਿੰਘ ਆ, ਉਹਨੂੰ ਪਹਿਲਾਂ ਪਾਣੀਪਤ ਦੇ ਵਿੱਚ ਉਹਦਾ ਐਡਾ ਬੁਰਾ ਹਾਲ ਆ, ਉਹ ਪਾਣੀਪਤ ਦੇ ਨਾਂ ਤੇ ਕਲੰਕ ਆ। ਸਾਰਾ ਪਾਣੀਪਤ ਦੀਆਂ ਜਥੇਬੰਦੀਆਂ, ਸਾਨੂੰ ਇੰਨੇ ਫੋਨ ਆ ਗਏ ਆ। ਪਹਿਲਾਂ ਇੱਕ ਗੁਰਦੁਆਰੇ ਦਾ ਮੁੱਖ ਸੇਵਾ ਦਾ ਘੜੀਸ ਕੇ ਕੱਢਿਆ, ਚਾਬੀਆਂ ਨਹੀਂ ਸੀ ਦਿੰਦਾ, ਚਾਬੀਆਂ ਉੱਥੋਂ ਦੇ ਜਿਹੜੇ ਮੋਹਤਬਰ ਬੰਦੇ ਸੀ ਉਹਨਾਂ ਨੇ ਲੈ ਕੇ ਗੁਰਦੁਆਰੇ ਦੇ ਪ੍ਰਬੰਧਕਾਂ ਨੂੰ ਦਿੱਤੀਆਂ, ਚਾਬੀਆਂ ਨਹੀਂ ਸੀ ਛੱਡਦਾ। ਉਹ ਜਿਹੜਾ ਬੰਦਾ ਉਹ ਅਪਸ਼ਬਦ ਬੋਲਦਾ ਸੀ, ਉਹ ਕਹਿੰਦਾ ਅਸੀਂ ਗੁਰੂ ਘਰ ਦੇ ਮਾਲਕ ਆ। ਲੈਟਰ ਦੇਖੋ, ਆ ਮੈਂਬਰਾਂ ਨੇ ਲਿਖਤੀ ਇਤਰਾਜ਼ ਭੇਜੇ ਆ। ਗੁਰਦੁਆਰਾ ਸੀਸਗੰਜ ਸਾਹਿਬ ਤਰਾਵੜੀ 23 ਤਰੀਕ ਦਾ ਪੰਚਮੀ ਦਾ ਜੋੜ ਮੇਲਾ ਸੀਗਾ, ਔਰ ਉੱਥੇ ਦਫ਼ਤਰ 'ਚ ਆ ਕੇ ਕਹਿੰਦਾ ਅਸੀਂ ਤਾਂ ਗੁਰੂ ਘਰ ਦੇ ਮਾਲਕ ਆ ਔਰ ਤੁਸੀਂ ਤਾਂ ਕਿਰਾਏਦਾਰ ਵੀ ਨਹੀਂ। ਜਿਹੜੇ ਕਹਿੰਦੇ ਅਸੀਂ ਜਦੋਂ ਉਹਨਾਂ ਨੂੰ ਕਿਹਾ ਵੀ ਤੁਸੀਂ ਬੇਨਿਯਮੀਆਂ ਭਰਤੀ ਕਰ ਰਹੇ ਆ, ਜਨਰਲ ਸੈਕਟਰੀ ਨੇ ਕਿਹਾ ਮੈਨੂੰ ਕੋਈ ਰਿਕਾਰਡ ਨਹੀਂ ਦੇ ਰਹੇ ਤੁਸੀਂ, ਔਰ ਅਯੋਗ ਬੰਦੇ ਭਰਤੀ ਕਰ ਰਹੇ ਆ, ਮੈਂਬਰਾਂ ਦੇ ਇਤਰਾਜ਼ ਆਏ ਹੋਏ ਆ, ਤੁਸੀਂ ਗੁਰੂ ਘਰ ਉਹ ਕਹਿੰਦੇ ਵੀ ਮਾਲਕਾਂ ਜੋ ਮਰਜ਼ੀ ਕਰੀਏ। ਇਸੇ ਗੱਲ ਤੇ ਤਲਖੀ ਵੀ ਬਾਹਰ ਹੋ ਜੋ, ਮਾਲਕ ਤੁਹਾਨੂੰ ਬਣਾਈਏ, ਬਾਹਰ ਹੋ ਜੋ ਇੱਥੋਂ, ਤੁਸੀਂ ਮਾਲਕ ਗੁਰੂ ਘਰ ਦਾ ਵੀ ਕਦੇ ਮਾਲਕ ਹੁੰਦੇ ਆ, ਗੁਰੂ ਘਰ ਦੇ ਸੇਵਾਦਾਰ ਹੁੰਦੇ ਆ। ਔਰ ਇਹ ਜਿਹੜੀਆਂ ਗੱਲਾਂ ਕਰਦੇ ਸੀ ਤਾਂ ਕਰਕੇ ਤਲਖੀ ਹੋਈ, ਕਿਉਂਕਿ ਉਹਨਾਂ ਨੂੰ ਇਹ ਸੀ ਇਹ ਲੜਕੇ ਬਾਹਰ ਚਲੇ ਜਾਣਗੇ, ਵਾਕਆਊਟ ਕਰ ਜਾਣਗੇ ਤੇ 51 ਤੇ 52 ਨੰਬਰ ਜਿਹੜਾ ਮਤਾ ਉਹ ਪਾਸ ਕਰ ਲਾਂਗੇ, 47 ਤੇ ਰੌਲਾ ਪਵਾ ਕੇ ਵਾਕਆਊਟ ਕਰ ਜਾਣਗੇ। ਬਾਅਦ ਵਾਲੇ ਦੋਨੇ ਐਡੇ ਖਤਰਨਾਕ ਮਤੇ ਕਿ ਮਹੰਤ ਇੱਕ ਤਾਂ ਦਫ਼ਤਰ ਆਪਦੇ ਡੇਰੇ ਲਿਜਾਣਾ ਚਾਹੁੰਦਾ ਸੀ, ਅਸੀਂ ਇਹਦੇ ਡੇਰੇ ਲਿਜਾਣ ਵਾਸਤੇ ਦਫ਼ਤਰ ਜਿਹੜਾ ਲੜਾਈ ਲੜੀ ਸੀ। ਦੂਜਾ ਸਿੱਖ ਇਤਿਹਾਸ ਰਿਸਰਚ ਸੈਂਟਰ ਜੀ ਕਰੋੜਾਂ ਰੁਪਈਆ ਖਰਚ ਕਰਕੇ ਬਣਾਉਣਾ, ਤੇ ਉਹ ਆਪਦੇ ਡੇਰੇ ਬਣਾਉਣਾ। ਸਾਡੇ ਕੋਲ 52 ਇਤਿਹਾਸਕ ਗੁਰਦੁਆਰੇ ਆ, ਉਹਨਾਂ 'ਚ ਨਹੀਂ ਉਹ ਬਣ ਸਕਦਾ। ਪਹਿਲਾਂ ਮੀਰੀ ਪੀਰੀ ਮੈਡੀਕਲ ਕਾਲਜ ਅਜੇ ਤੱਕ ਬਾਦਲਾਂ ਤੋਂ ਨਹੀਂ ਲੈ ਸਕੇ, ਬਾਦਲਾਂ ਦਾ ਨਿੱਜੀ ਅਜੇ ਤੱਕ ਉਹ ਟਰਸਟ ਆ, ਉਹਦੇ ਤੇ ਬੋਰਡ ਆ ਉਹਨਾਂ ਦਾ, ਉਹ ਅਜੇ ਤੱਕ ਨਹੀਂ ਗੁਰੂ ਘਰਾਂ ਦਾ ਪ੍ਰਬੰਧ ਲੈ ਲਿਆ, ਪਰ ਕਾਨੂੰਨੀ ਅੜਿੱਚਣਾ ਕਰਕੇ ਅਜੇ ਤੱਕ ਉਹ ਮੀਰੀ ਪੀਰੀ ਦਾ ਜਿਹੜਾ ਕਾਲਜ ਆ
ਲੈ ਨਹੀਂ ਸਕਿਆ। महंत ਨੂੰ ਪਤਾ ਸੀ, महंत ਨੇ ਸੋਚਿਆ ਵੀ ਕੱਲ ਨੂੰ ਪ੍ਰਧਾਨ ਰਹਾਂ ਨਾ ਰਹਾਂ, ਕੱਲ ਨੂੰ ਮੈਂਬਰ ਰਹਾਂ ਨਾ ਰਹਾਂ, ਪਰ ਇਹ ਜਿਹੜਾ ਸਿੱਖ ਇਤਿਹਾਸ ਰਿਸਰਚ ਸੈਂਟਰ ਹੈ ਮੇਰੇ ਡੇਰੇ 'ਚ ਰਹਿ ਜਾਊਗਾ, ਇਹ ਤਾਂ ਨਹੀਂ ਚੱਕ ਕੇ ਲੈ ਜਾਣੇ। ਕਰੋੜਾਂ ਦੀ ਪ੍ਰਾਪਰਟੀ ਜਿਹੜੀ ਸੀ महंत ਉੱਥੇ ਆਪਦੇ ਡੇਰੇ 'ਚ ਬਣਾਉਣਾ ਚਾਹੁੰਦਾ। ਅੱਜ ਯਮੁਨਾ ਨਗਰ 'ਚ ਦੇਖੋ ਬੱਚਾ ਥੂ ਥੂ ਕਰ ਰਿਹਾ। ਜਦੋਂ ਪਤਾ ਲੱਗਿਆ ਇੰਨੇ ਫੋਨ ਆ ਗਏ, ਸਾਨੂੰ ਸੱਦੇ ਆ ਰਹੇ ਪ੍ਰੋਗਰਾਮਾਂ ਤੇ, ਮੈਂ ਜਾ ਵੀ ਰਿਹਾ 2 ਦਿਨ ਬਾਅਦ ਉੱਥੇ, ਜਿੱਥੋਂ महंत ਕਰਮਜੀਤ ਨੂੰ ਕੱਢਿਆ ਉਸ ਡੇਰੇ ਦੇ ਵਿੱਚ ਜਿਹੜਾ ਹੈਗਾ ਸਮਾਗਮ ਆ ਸੰਤ ਜਗਮੋਹਨ ਸਿੰਘ ਕਰ ਰਹੇ, ਡੇਰਾ ਸੰਤਪੁਰਾ ਯਮੁਨਾ ਨਗਰ। ਮੈਂ ਪਿਛਲੇ ਸਾਲ ਵੀ ਗਿਆ ਸੀ, ਇਸ ਸਾਲ ਵੀ ਮੈਨੂੰ ਉਹਨਾਂ ਦਾ ਸੱਦਾ, ਔਰ ਉਹ ਸਾਰੇ ਕਹਿੰਦੇ ਅਸੀਂ ਸਾਰੇ ਜਿੰਨੇ ਸੇਵਾ ਪੰਥੀਆਂ ਦੇ ਸੰਗਤਾਂ ਹੀ ਸਨਮਾਨ ਕਰਨਾ ਤੁਹਾਡਾ ਕਿ ਤੁਸੀਂ ਇਹਦੇ ਝੂਠ ਨੂੰ ਔਰ ਇਹਦੀਆਂ ਨਕਾਮੀਆਂ ਨੂੰ ਨੰਗਾ ਕੀਤਾ। ਬੱਚਾ ਥੂ ਥੂ ਕਰ ਰਿਹਾ ਉੱਥੇ ਯਮੁਨਾ ਨਗਰ ਦਾ। ਲੱਗਦਾ ਕਿ ਸਾਰੀ ਇਹ ਪ੍ਰੋਪਗੇਸ਼ਨ ਗਲਤ ਗਈ ਮੀਡੀਆ ਦੇ ਵਿੱਚ ਜਾਂ ਲੋਕਾਂ ਦੇ ਵਿੱਚ ਗਲਤ ਗਈ? ਬਹੁਤ ਗਲਤ ਹੈ, ਮੈਂ ਸਮਝਦਾ ਕਿ ਬਹੁਤ ਗਲਤ। ਉਹਨੇ ਕਲਿੱਪ ਜਿਹੜਾ ਵਾਇਰਲ ਕੀਤਾ, ਸਾਰੀ ਵੀਡੀਓ ਵਾਇਰਲ ਕਰੇ, ਸੰਗਤਾਂ ਨੂੰ ਚਾਨਣਾ ਹੋ ਜੇ, ਪਤਾ ਲੱਗ ਜੇ ਕਿ ਸਾਰੀ ਗੱਲਬਾਤ ਕੀ ਸੀਗੀ। ਉਹਨੇ ਤਾਂ ਉਹਦੀ ਕਲਿੱਪ ਜਾਰੀ ਕੀਤੀ, ਆਪਦਾ ਸਫਾਈ ਦਿੱਤੀ ਵੀ ਇਹ ਮਸਲਾ ਹੀ ਸੀ। ਦੇਖੋ ਆ ਸਾਰਾ ਸੰਗਤਾਂ ਦੇ ਸਾਹਮਣੇ ਹੀ ਤੇ ਸੰਗਤ ਦੀ ਕਚਹਿਰੀ, ਜਿੱਥੇ ਸੰਗਤ ਬੁਲਾਏ ਅਸੀਂ ਉੱਥੇ ਹਾਜ਼ਰ ਹਾਂ। ਸੰਗਤ ਦੀ ਸੇਵਾ 'ਚ ਅਸੀਂ ਹਾਜ਼ਰ ਹਾਂ। ਪਿਛਲੇ 30 ਸਾਲਾਂ ਤੋਂ ਪ੍ਰਚਾਰ ਦੀ ਸੇਵਾ ਦੇ ਵਿੱਚ ਦਿਨ ਰਾਤ ਦੁਨੀਆ ਭਰ ਸੰਗਤ ਜਾਣੇ, ਬੜੇ ਇਲਜ਼ਾਮ ਲਾਏ ਲੋਕਾਂ ਨੇ, ਬਹੁਤ ਕੁਝ ਕੀਤਾ, ਪਰ ਸੱਚਾਈ ਅਸੀਂ ਹਮੇਸ਼ਾ ਕੈਮਰੇ ਨੂੰ ਫੇਸ ਕੀਤਾ। ਤੁਹਾਡੇ ਨੂੰ ਸੈਂਕੜੇ ਇੰਟਰਵਿਊ ਪਈਆਂ ਨੇ, ਹਰ ਗੱਲ ਤੇ ਕੋਈ ਆ ਕੇ ਗੱਲ ਕਰ ਲੇ ਬੈਠ ਕੇ। ਜਿੱਥੇ ਗਲਤੀ ਹੋਊਗੀ ਖੁਦ ਹੱਥ ਬੰਨ੍ਹ ਕੇ ਸੰਗਤਾਂ ਤੋਂ ਮਾਫੀ ਮੰਗ ਲੈ। ਸਾਡੇ ਕੋਈ ਹਉਮੈ ਹੰਕਾਰ ਨਹੀਂ ਹੈ ਕਿ ਅਸੀਂ ਸੰਗਤਾਂ ਪੰਥ ਦੇ ਸੇਵਾਦਾਰ ਆ, ਨਿਮਾਣੇ ਸੇਵਾਦਾਰ ਆ, ਪਰ ਜਿਹੜੀ ਗੱਲ ਸਚਾਈ ਉਹ ਸੰਗਤਾਂ 'ਚ ਰੱਖਾਂਗੇ ਕਿ ਜਿਹੜਾ ਗਲਤ ਬਿਆਨਬਾਜ਼ੀਆਂ, ਕਦੇ 16 ਕਰੋੜ, ਕਦੇ 18 ਕਰੋੜ, ਕਦੇ ਹੁਣ 98 ਕਰੋੜ, ਜੇ 98 ਰੁਪਈਆਂ ਦੀ ਵੀ ਗੱਲ ਨਿਕਲ ਆਵੇ, ਦੇਣਦਾਰ ਆ, ਉੱਥੇ ਸਾਰਾ ਰਿਕਾਰਡ ਪਿਆ, ਔਰ ਮੇਰੇ ਕੋਲ ਵੀ ਆ ਸਾਰਾ ਰਿਕਾਰਡ। ਜਿੱਥੇ ਜਿੱਥੇ ਜੋ ਕੁਝ ਹੋਇਆ ਸਾਰਾ ਕੁਝ ਲਿਖਤੀ, ਜੋ ਕੁਝ ਆ ਉੱਥੇ ਦਫ਼ਤਰ ਦੇ ਵਿੱਚ ਆ। ਚੀਕਾ ਮੁੱਖ ਦਫ਼ਤਰ ਹੁੰਦਾ ਸੀਗਾ, ਔਰ ਸਾਰੇ ਮੁਲਾਜ਼ਮਾਂ ਨੂੰ ਪਤਾ, ਮੈਨੇਜਰਾਂ ਨੂੰ ਪਤਾ, ਸਕੱਤਰਾਂ ਨੂੰ ਪਤਾ। ਹੁਣ ਇਹ ਕੰਪੈਲ ਨਹੀਂ ਹੋਣੀ ਚਾਹੀਦੀ ਤਲਖੀ, ਬਿਲਕੁਲ ਨਹੀਂ ਹੋਣੀ ਚਾਹੀਦੀ, ਪਰ ਉਹ ਕਰਨਗੇ। ਉਹਨਾਂ ਨੇ ਤਾਂ ਬਾਦਲਾਂ ਦਾ ਟੈਂਡਰ ਲਿਆ ਹੋਇਆ, ਉਹ ਤਾਂ ਕਰਨਗੇ। ਸਾਨੂੰ ਦੁੱਖ ਆਉਂਦਾ ਵੀ ਇਹ ਬਾਦਲਾਂ ਦੀ ਝੋਲੀ ਪਾ ਰਹੇ ਆ, ਮੁੜ ਕੇ ਸਾਨੂੰ ਦੁੱਖ ਆਉਂਦਾ ਵਾ, ਅਸੀਂ ਤਾਂ ਕਰਕੇ ਉਹਨਾਂ ਨੂੰ ਕਹਿੰਦੇ ਆ। ਉਹ ਕਹਿੰਦਾ महंत ਕੀ ਕਹਿੰਦਾ ਵਾ, ਦੇਖੋ ਨਸ਼ੇੜੀ ਅਮਲੀ महंत ਆ, ਕਹਿੰਦਾ CM ਸਾਹਿਬ ਨੇ ਮੈਨੂੰ ਕਿਹਾ ਕਿ ਜਿੰਨਾ ਚਿਰ ਮੈਂ ਮੁੱਖ ਮੰਤਰੀ ਆ ਤੇ ਤੂੰ ਉਹਨਾਂ ਚਿਰ ਪ੍ਰਧਾਨ ਰਹੇਗਾ, ਤੂੰ ਪ੍ਰਧਾਨ ਆ। ਦੇਖੋ ਮੁੱਖ ਮੰਤਰੀ ਸਾਹਿਬ ਨੂੰ ਸੋਭਾ ਤਾਂ ਕੀ ਦਿਵਾਉਣੀ ਸੀ, ਜਿਨ੍ਹਾਂ ਨੇ ਇਹਨੂੰ ਮਾਣ ਨਾਲ ਲਾਇਆ ਸੀ, ਉਹਨਾਂ ਦੀ ਬੇਅਦਬੀ ਕਰਾਈ ਜਾਂਦਾ, ਸਗੋਂ ਉਹਨਾਂ ਦਾ ਅਪਮਾਨ ਕਰਾਈ ਜਾਂਦਾ। ਸ੍ਰੀ ਅਕਾਲ ਤਖਤ ਸਾਹਿਬ ਤੇ ਉਹ ਕਹਿੰਦੇ ਸੀ ਹੁਣ ਜਾ ਰਹੇ ਹਾਂ। ਮੈਂ ਤਾਂ ਸਵਾਗਤ ਕੀਤਾ ਕਿ ਉਹ ਅਕਾਲ ਤਖਤ ਸਾਹਿਬ ਤੇ ਜਾਣ। ਅਸੀਂ ਅਕਾਲ ਤਖਤ ਸਾਹਿਬ ਤੇ ਸਾਨੂੰ ਸੱਦਾ ਆਵੇ, ਨੰਗੇ ਪੈਰੀਂ ਅਸੀਂ ਅਕਾਲ ਤਖਤ ਤੇ ਜਾਵਾਂਗੇ। ਨਾਲੇ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ 'ਚ महंत ਦਾ ਡੋਪ ਟੈਸਟ ਤੇ ਬ੍ਰਹਮਚਾਰੀ ਟੈਸਟ ਕਰਾਵਾਂਗੇ, ਲਾਈ ਡਿਟੈਕਟਿਵ ਟੈਸਟ ਵੀ ਕਰਾਵਾਂਗੇ। ਬੇਨਤੀ ਕਰਾਂਗੇ ਕਿਉਂਕਿ ਗ੍ਰਸਤੀ ਨਹੀਂ ਆ, ਇਹ ਬੇਹੰਗਮ ਆ, ਬ੍ਰਹਮਚਾਰੀ ਆ। ਨਾਲੇ ਇਹਦਾ ਉਹ ਟੈਸਟ ਹੋ ਜੂ, ਨਾਲੇ ਡੋਪ ਟੈਸਟ ਹੋ ਜੂਗਾ। ਤੇ ਅਸੀਂ ਟੈਸਟ ਕਰਾਵਾਂਗੇ ਤੇ ਭੱਜਦਾ ਕਿਉਂ ਮੈਂ ਟੈਸਟਾਂ ਤੋਂ? ਸਾਨੂੰ ਜਿੱਥੇ ਮਰਜ਼ੀ ਲੈ ਲਓ, ਜਿਹੜਾ ਟੈਸਟ ਕਰਾਉਣਾ ਸਾਡਾ ਕਰਾ ਲਓ, ਲਾਈ ਡਿਟੈਕਟਿਵ ਕਰਾਉਣਾ, ਨਾਰਕੋ ਕਰਾਉਣਾ, ਜਿਹੜਾ ਡੋਪ ਕਰਾਉਣਾ ਅਸੀਂ। ਮੈਂ ਤਾਂ ਪਹਿਲਾਂ ਵੀ ਡੋਪ ਟੈਸਟ ਕਰਾਇਆ ਆਪਣਾ ਬਠਿੰਡਾ ਤੋਂ, ਸਰਕਾਰੀ ਹਸਪਤਾਲ ਤੋਂ। ਦਾਦੂਵਾਲ ਸਾਹਿਬ, ਫਿਰ ਜਦੋਂ ਤੁਹਾਨੂੰ ਲੱਗਦਾ ਕਿ ਸਾਡਾ महंत ਇਸ ਤਰੀਕੇ ਦਾ ਸੀ, ਫਿਰ ਤੁਸੀਂ ਪ੍ਰਧਾਨਗੀ ਵੇਲੇ ਕਿਉਂ ਸਹਿਮਤੀ ਹੋਈ? ਦੇਖੋ ਮੈਂ ਪ੍ਰਧਾਨਗੀ ਲਈ ਕਿੱਥੇ, ਮੈਂ ਤਾਂ ਉਹਦੀ ਮੈਂਬਰੀ ਲਈ ਸਹਿਮਤ ਨਹੀਂ। ਜਦੋਂ ਸਰਕਾਰ ਨੇ ਬਣਾਇਆ, ਜਦੋਂ ਸਰਕਾਰ ਨੇ ਬਣਾਇਆ, ਅਸੀਂ ਤਾਂ ਉਦੋਂ ਹੀ ਉਹਦਾ ਜਿਹੜਾ ਅਸੀਂ ਸਰਕਾਰ ਨੂੰ ਕਿਹਾ ਵੀ ਇਹ महंताਂ ਦਾ ਕੰਮ ਨਹੀਂ ਹੈਗਾ, ਇਹ ਨਰੈਣੂ महंत ਦਾ ਵਾਰਸ ਆ। ਜਦੋਂ ਪ੍ਰਧਾਨ ਬਣਾਇਆ ਕੱਲਾ ਦਾਦੂਵਾਲ ਸੀ ਜਿਹਨੇ ਵਾਕਆਊਟ ਕੀਤਾ, ਮੈਂਬਰਾਂ ਨੂੰ ਨਹੀਂ ਸੀ ਪਤਾ, ਹੁਣ ਮੈਂਬਰਾਂ ਨੂੰ ਵੀ ਪਤਾ ਲੱਗ ਗਿਆ। ਹੁਣ 20+ ਮੈਂਬਰਾਂ ਨੇ ਸਾਈਨ ਕੀਤੇ ਹੋਏ ਆ। ਸਾਰੇ ਜ਼ੋਰ ਲਾ ਕੇ ਮਰ ਗਿਆ महंत, ਪੂਰੇ ਮੈਂਬਰਾਂ ਨੂੰ 6 ਫੋਨ ਕਰਾਏ ਵੱਖ-ਵੱਖ ਬੰਦਿਆਂ ਤੋਂ, ਰਿਸ਼ਤੇਦਾਰਾਂ ਤੱਕ ਤੇ ਵੀ ਯਮੁਨਾ ਨਗਰ ਆ ਜਾਓ। ਇਸ 14 ਵਾਲੀ ਮੀਟਿੰਗ ਤੋਂ ਬਾਅਦ ਸਿਰਫ 16 ਮੈਂਬਰ ਹਾਜ਼ਰ ਹੋਏ, ਸਿਰਫ 16, ਉਹ ਵੀ ਜਿਹੜੇ ਵਿੱਚ ਮੈਂਬਰ ਸੀਗੇ 38 ਚੋਂ 16। ਉਹ ਵੀ ਕੁਝ ਕਹਿੰਦੇ ਵੀ ਇਹਨੇ ਇਹ ਕਹਿ ਕੇ ਸਾਨੂੰ ਸੱਦਿਆ ਕਿ ਤੁਸੀਂ ਮੇਰੀ ਗੱਲ ਤਾਂ ਸੁਣੋ, ਵੀ ਮੈਂ ਤੁਹਾਨੂੰ ਗੱਲ ਦੱਸਣੀ ਚਾਹੁੰਦਾ ਵਾਂ, ਔਰ ਕਈਆਂ ਨੂੰ ਲਾਲਚ ਦਿੱਤਾ। ਹੁਣ ਦੇਖੋ ਸਾਡੇ ਸਤਿਕਾਰਯੋਗ ਨੇ ਮੈਂਬਰ ਸਾਰੇ, ਹੁਣ ਫੋਨ ਕੀ ਕਰ ਰਿਹਾ, ਕਿਸੇ ਨੂੰ ਕਹਿੰਦਾ 2 ਮੁਲਾਜ਼ਮ ਲਵਾ ਲਓ ਆਪਣੇ, 2 ਚੈੱਕ ਲੈ ਜਾਓ ਸਹਾਇਤਾ ਫੰਡ ਦੇ, ਜ਼ਮੀਰਾਂ ਖਰੀਦ ਰਿਹਾ। ਮੈਂਬਰ ਸਾਡੇ ਏਡੇ ਸਸਤੇ ਆ ਕਿ ਜ਼ਮੀਰਾਂ ਵੇਚ ਦੇਣਗੇ। ਪੰਜਾਬ ਦੇ ਵਿੱਚ ਇੱਕ ਤੁਸੀਂ ਵੀ ਕਹਿੰਦੇ ਰਹੇ ਹੋ ਕਿ ਬਾਦਲਾਂ ਦੀ ਜੇਬ ਦੇ ਵਿੱਚੋਂ ਪ੍ਰਧਾਨੀਆਂ ਚੱਲਦੀਆਂ ਨੇ, ਇੱਥੇ ਵੀ ਸਰਕਾਰਾਂ ਦੀ ਫਿਰ ਜੇਬ ਦੇ ਵਿੱਚ ਪ੍ਰਧਾਨੀ? ਦੇਖੋ ਇੱਕ ਗੱਲ ਆ, ਜਿੱਥੇ ਉਹਨੂੰ ਬਣਾਇਆ ਗਿਆ ਉਹਦਾ ਵਿਰੋਧ ਕੀਤਾ, ਠੀਕ ਹੈ ਨਾ। ਇਹ ਸਰਕਾਰ ਨੇ ਬਣਾਉਣੀ ਸੀ ਕਮੇਟੀ, ਐਡਹੌਕ ਕਮੇਟੀ ਸਰਕਾਰ ਨੇ ਬਣਾਉਣੀ ਸੀਗੀ, ਸਰਕਾਰ ਨੇ ਬਣਾਤੀ। ਹੁਣ ਗਾਂ ਸੰਗਤਾਂ ਨੇ ਚੁਣ ਕੇ ਭੇਜਣੀ ਆ। ਤਾਂ ਹੀ ਅਸੀਂ ਅਪੀਲ ਕਰਦੇ ਸਰਕਾਰ ਨੂੰ ਵੀ ਇਲੈਕਸ਼ਨ ਕਰਾਓ, ਵਾਰਡਬੰਦੀ ਹੋ ਗਈ ਆ, ਵੋਟਾਂ ਬਣਾਓ, ਆਪੇ ਸੰਗਤਾਂ ਜਿਹਨੂੰ ਸੇਵਾ ਦਾ ਮੌਕਾ ਦੇਣਗੀਆਂ ਉਹ ਜਿੱਤ ਕੇ ਆ ਜਾਣਗੇ। ਸੰਗਤਾਂ ਜਿਨ੍ਹਾਂ ਨੂੰ ਜਿਤਾ ਕੇ ਭੇਜਣਗੀਆਂ। महंत ਦੇ ਵੱਸ ਦਾ ਰੋਗ ਇਹ ਨਹੀਂ ਹੈਗਾ। ਕੱਲ ਵੀ ਮੇਰੇ ਕੋਲ ਬੜੇ ਸਤਿਕਾਰਯੋਗ ਸੱਜਣ ਆਏ ਸੀਗੇ, ਗੱਲਬਾਤ ਚੱਲੀ, ਮੈਂ ਕਿਹਾ ਇਹਦੇ ਵੱਸ ਦਾ ਰੋਗ ਨਹੀਂ ਹੈਗਾ। महंत फेल आ, ਇਹਦੀ ਕ੍ਰੈਡੀਬਿਲਟੀ ਫੇਲ, ਇਹਦਾ ਵਰਕ, ਇਹਦੀ ਕਾਰਗੁਜ਼ਾਰੀ ਫੇਲ ਆ। महंत ਸ਼ਬਦ ਹੀ ਫੇਲ ਆ।
ਇਹ ਸਿੱਖਾਂ ਦੇ ਹਿਰਦੇ 'ਚ ਨਹੀਂ ਵੜ ਸਕਦਾ। ਜਿਹੜਾ ਮਹੰਤ ਆਪਦਾ ਡੇਰਾ ਚਲਾਵੇ, 100 ਵਾਰੀ ਚਲਾਵੇ, ਡੇਰਾ ਚਲਾਵੇ, ਨਿੱਜੀ ਆ, ਪਰ ਜੇ ਪੰਥ ਦੀ ਸੰਸਥਾ ਜਿਹੜੀ ਆ, ਇਤਿਹਾਸਕ ਗੁਰਦੁਆਰਿਆਂ ਦਾ ਪ੍ਰਬੰਧ, ਉਹਦੇ ਲਈ ਮਹੰਤ ਸ਼ਬਦ ਸਿੱਖਾਂ ਦੇ ਅੰਦਰ ਨਹੀਂ ਵੜ ਸਕਦਾ। ਇਹ ਜਿਹੜਾ ਮਹੰਤ ਨੇ ਆਪਦਾ ਕਮੇਟੀ ਨੂੰ ਮਹੰਤਾਂ ਦਾ ਡੇਰਾ ਬਣਾਉਣ ਦੀ ਕੋਸ਼ਿਸ਼ ਕੀਤੀ, ਇਹਨੂੰ ਸਿੱਖ ਬਰਦਾਸ਼ਤ ਨਹੀਂ ਕਰਦੇ। ਮਹੰਤ ਫੇਲ ਆ। ਜਿਹੜੇ ਮਹੰਤ ਦੇ ਚਾਪਲੂਸ ਲੱਗੇ ਆ ਨਾਲ 2-4 ਜਿਹੜੇ ਆ, ਉਹਨਾਂ ਦਾ ਵੀ ਸਾਰਾ ਕੁਝ ਨੰਗਾ ਜਿਹੜਾ ਇਹਨਾਂ ਕਾਗਜ਼ਾਂ ਦੇ ਵਿੱਚ ਪੱਤਰਾਂ 'ਚ ਹੀ ਹੋਇਆ ਕਿ ਜਿਹੜੇ ਮੁਲਾਜ਼ਮ ਡੇਰੇ 'ਚ ਕੰਮ ਕਰਦੇ ਮਹੰਤ ਦੇ, ਹੁਣ ਆਪ ਮਹੰਤ ਮੰਨ ਗਿਆ। ਇੱਕ ਉਹਦੀ ਵੀਡੀਓ ਸੁਣੋ, ਕਹਿੰਦਾ ਮੇਰੇ ਕੋਲ ਤੇ ਆ ਕੇ ਤਰਲੇ ਕਰਕੇ ਲਗਾਏ ਸੀ ਕਿ ਤੁਹਾਡਾ ਜ਼ਰੂਰ ਬੰਦਾ ਰੱਖਣਾ, ਤੇ 12,000 ਰੁਪਈਆ ਤਨਖਾਹ ਉਹਦੀ ਮਹੰਤ ਦੇ ਡੇਰੇ 'ਚ ਮੈਨੇਜਰ ਦੀ, ਤੇ ਉਹਦੀ 41,000 ਰੁਪਈਆ ਹਰਿਆਣਾ ਕਮੇਟੀ 'ਚੋਂ ਲਾਤੀ। ਮੈਨੂੰ ਦੱਸੋ ਕਿਹੜੀ PhD ਕਰ ਲਈ ਉਹਨੇ? ਮਹੰਤ ਡੇਰੇ 'ਚ ਉਹਨੂੰ 12,000 ਤੇ ਹਰਿਆਣਾ ਕਮੇਟੀ 'ਚੋਂ 41,000। ਆ ਮੇਰਾ ਗਵਾਂਢੀ ਆ ਇੱਕ ਦੂਜਾ ਮਹੰਤ ਆ ਜਿਹੜਾ ਗੁਰਮੀਤ ਸਿੰਘ ਤਲੋਕੇ ਵਾਲਾ, ਮੀਤ ਪ੍ਰਧਾਨ ਆ, ਉਹਨੇ ਪਹਿਲਾਂ 11 ਬੰਦੇ, ਹੁਣ 4 ਹੋਰ ਲਾ ਕੇ 15 ਬੰਦੇ ਅਯੋਗ ਬੰਦੇ ਭਰਤੀ ਕਰਾਤੇ ਵਿੱਚ, ਜਿਨ੍ਹਾਂ ਦਾ ਇਤਰਾਜ਼ ਮੈਂਬਰਾਂ ਨੇ ਕੀਤਾ। ਔਰ ਇੱਥੇ ਭਰਤੀ ਸਿਰਫ ਨਾਂ ਦੇ ਕੰਮ ਇਹਦੇ ਡੇਰੇ 'ਚ ਕਰਦੇ ਆ, ਇਹਦੇ ਨਾਲ ਕਰਦੇ ਆ, ਤੇ ਤਨਖਾਹ ਉਹਨਾਂ ਦੀ ਹਰਿਆਣਾ ਕਮੇਟੀ 'ਚ ਆਉਂਦੀ ਹੈ। ਤਾਂ ਹਰਿਆਣੇ ਦੀਆਂ ਸੰਗਤਾਂ ਨੂੰ ਸੁਚੇਤ ਹੋਣਾ ਚਾਹੀਦਾ। ਅਸੀਂ ਤਾਂ ਬਾਦਲ ਕੱਢੇ ਸੀ ਗੋਲਕਾਂ ਦੀ ਲੁੱਟ ਤੋਂ, ਇਹ ਵੱਡੇ ਬਾਦਲ ਆ ਕੇ ਬਹਿ ਗਏ, ਵੱਡੇ ਠੱਗ ਆ ਕੇ ਬਹਿ ਗਏ। ਜਦ ਮੇਰੇ ਲਾਸਟ ਸਵਾਲ ਆ ਗਿਆ ਧਿਆਨ 'ਚ, ਮੈਂ ਇੱਕ ਵੀਡੀਓ ਵੇਖ ਰਿਹਾ ਸੀ ਮਹੰਤ ਕਰਮਜੀਤ ਸਿੰਘ ਦੀ। ਉਹ ਕਹਿੰਦੇ ਮੈਂ ਤਾਂ ਗੋਲਕਾਂ ਦੀ ਰਾਖੀ ਆ, ਜਿਹੜੇ ਕਰਪਟ ਨੇ ਉਹਨਾਂ ਨੂੰ ਬਾਹਰ ਕੱਢ ਦੂੰਗਾ, ਜੇ ਕੋਈ ਮੇਰੇ ਤੇ ਇੰਤੂ ਕਰੰਤੂ ਕਰੂਗਾ ਤੇ ਮੈਂ ਪ੍ਰਧਾਨਗੀ ਤੋਂ ਅਸਤੀਫਾ ਦੇ ਦੂੰਗਾ। ਨਹੀਂ, ਹੁਣ ਪਹਿਲੀ ਗੱਲ ਤਾਂ ਇਹ ਆ, ਗੋਲਕਾਂ ਦੀ ਰਾਖੀ ਕਾਹਦੇ ਲਈ ਆ? ਵੀ ਖੋਲ ਕੇ ਲਿਜਾਣ ਵਾਸਤੇ, ਵੀ ਡੇਰੇ ਲੈ ਜਾਣੀਆਂ ਸਾਰੀਆਂ ਖੋਲ ਕੇ, ਜਾਂ ਇਦਾਂ ਲੁੱਟ ਕੇ ਲਿਜਾਣੀਆਂ ਵੀ 12,000 ਵਾਲਾ ਬੰਦਾ 41,000 ਤੇ ਰੱਖਣਾ, ਇੱਥੇ ਕੰਮ ਡੇਰੇ 'ਚ ਲੈਣਾ, ਡਰਾਈਵਰ ਉੱਥੇ 9,000 ਤੇ ਇੱਥੇ 21,000 'ਚ। ਦੱਸੋ ਇਹ ਅਸੀਂ ਇਹਨਾਂ ਦੀ ਲੁੱਟ ਵਾਸਤੇ ਗੋਲਕਾਂ ਜਿਹੜੀਆਂ ਸੀਗੀਆਂ, ਅਸੀਂ ਤਾਂ ਸੰਗਤਾਂ ਦੀ ਗੁਰੂ ਘਰਾਂ ਦਾ ਪ੍ਰਬੰਧ ਤੇ ਧਰਮ ਪ੍ਰਚਾਰ ਵਾਸਤੇ ਸੀਗਾ ਸਾਰਾ ਕੁਝ। ਪਰ ਇਹਨਾਂ ਨੇ ਜਿਹੜੀ ਲੁੱਟ ਮਚਾਈ ਹੋਈ ਆ, ਹੋਰ ਵੀ 1-2 ਮੈਂਬਰ ਉਹ ਵੀ ਨੰਗੇ ਕੀਤੇ ਜਾਣਗੇ, ਜਿਹੜੇ ਮਹੰਤ ਦੇ ਕਹਿਣ ਤੇ ਉੱਥੇ ਜਾ ਕੇ ਹਰ ਮੀਟਿੰਗ ਦੇ ਰੁਪਈਏ ਲੈ ਕੇ ਆਉਂਦੇ ਆ ਮਹੰਤ ਦੇ ਕੋਲੋਂ। ਮਹੰਤ ਦੇ ਕੋਲੋਂ ਰੁਪਈਏ ਵੀ ਅਸੀਂ ਤੇਰੇ ਕਹਿਣ ਤੇ ਤੇਰੇ ਕੋਲ ਆ ਗਏ ਆ। ਮਹੰਤ ਕਦੇ 10,000 ਦੇ ਦਿੰਦਾ, ਕਦੇ 7,000 ਦੇ ਦਿੰਦਾ, ਕਦੇ 20,000 ਦੇ ਦਿੰਦਾ। ਆਹ ਜਿਹੜੀ ਕਰਪਸ਼ਨ ਚੱਲੀ ਹੋਈ ਆ ਨਾ, ਇਹ ਅਸੀਂ ਪਹਿਲਾਂ ਬਿਲਕੁਲ ਨਹੀਂ, ਮੇਰੇ ਨਾਲ ਜਿਹੜੇ ਮੈਂਬਰਾਂ ਨੇ ਕੰਮ ਕੀਤਾ ਵਾ, ਮੁਲਾਜ਼ਮਾਂ ਨੇ, ਉਹਨਾਂ ਨੂੰ ਪੁੱਛੋ। ਅਸੀਂ ਤਾਂ ਮੈਂਬਰਾਂ ਦੇ ਕੋਲੋਂ ਸਗੋਂ ਗੁਰੂ ਘਰਾਂ ਦੇ ਵਿੱਚ ਪੈਸੇ ਲਵਾਏ ਸੀਗੇ, ਗੁਰੂ ਘਰਾਂ ਦੇ ਵਿੱਚ ਮੈਂਬਰਾਂ ਦੇ ਕੋਲੋਂ। ਇੱਥੇ ਮੈਂਬਰਾਂ ਨੂੰ ਖਰੀਦਣ ਵਾਸਤੇ ਉਹਨਾਂ ਦੀਆਂ ਜ਼ਮੀਰਾਂ, ਉਹਨਾਂ ਨੂੰ ਕਹਿ ਰਿਹਾ ਕਿਸੇ ਨੂੰ 2 ਚੈੱਕ ਲੈ ਜਾਓ, 2 ਮੁਲਾਜ਼ਮ ਲਵਾ ਲਓ। ਇਹ ਕੰਮ ਨਾ ਚੱਲਿਆ, ਨਾ ਚੱਲਣ ਦੇਣਾ। ਹਾਂ, ਇੱਕ ਗੱਲ ਜ਼ਰੂਰ ਆ, ਕਮੇਟੀ 'ਚ ਰਹਾਂਗੇ, ਇਹ ਕਰਪਸ਼ਨ ਦੇ ਖਿਲਾਫ ਰਹਾਂਗੇ। ਜੇ ਮਹੰਤ ਦੀ ਤਾਕਤ ਆ, ਉਹ ਸਾਨੂੰ ਬਾਹਰ ਕਰ ਦੇ। ਮਹੰਤ ਦੇ ਜੇ ਉਹਦੇ ਦਾਇਰੇ 'ਚ ਆਉਂਦਾ ਵਾ ਤੇ ਕਰ ਦੇ ਬਾਹਰ ਸਾਨੂੰ, ਕੱਲ ਦੀ ਬਜਾਏ ਅੱਜ ਕਰ ਦੇ। ਪਰ ਮਹੰਤ ਦੀ ਕੋਈ ਤਾਕਤ ਨਹੀਂ, ਇਹ ਮਹੰਤਾਂ ਦਾ ਡੇਰਾ ਨਹੀਂ, ਇਹ ਕਮੇਟੀ ਆ। ਔਰ ਅਸੀਂ ਬਿਲਕੁਲ ਨਿਰਪੱਖਤਾ ਦੇ ਤੌਰ ਤੇ, ਬੇਬਾਕੀ ਨਿਡਰਤਾ ਦੇ ਨਾਲ ਹਰਿਆਣੇ ਦੇ ਸਿੱਖਾਂ ਦੀ ਲੜਾਈ ਲੜੀ ਹੈ, ਲੜਦੇ ਰਹਾਂਗੇ। ਔਰ ਪੂਰੀ ਕੌਮ ਦੇ ਪੰਥ ਦੀ, ਤੁਸੀਂ ਆਹ ਦੇਖੋ, ਤੁਸੀਂ ਕਦੇ ਉਹਨੂੰ ਮਹੰਤ ਨੂੰ ਦੇਖਿਆ ਪੰਥਕ ਸਰਗਰਮੀ 'ਚ? ਆ ਮਤਾ ਲਿਖਣ ਲੱਗੇ, ਜਿਹੜੇ ਉਹਨੇ ਮਤਾ ਲਿਖਿਆ ਉਹਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਮਹੰਤ ਦੀ ਪੰਥਕ ਸਰਗਰਮੀ ਕਿਹੜੀ ਆ, ਜਿਹਦੇ ਕਰਕੇ ਮਹੰਤ ਜੀ ਉੱਥੇ ਕੁਰੂਕਸ਼ੇਤਰ ਨਹੀਂ ਆ ਸਕਦਾ। ਮੈਂ ਇੱਥੋਂ ਚੀਕੇ ਜਾਂਦਾ ਰਿਹਾ, ਮੈਨੂੰ 250-300 ਕਿਲੋਮੀਟਰ ਮੈਂ ਦਾਦੂਵਾਲ ਤੋਂ ਉੱਥੇ ਜਾਂਦਾ ਰਿਹਾ। ਦੇਖੋ, ਉਹਦੇ ਤਾਂ ਮਹੰਤ ਦੇ ਡੇਰੇ ਤੋਂ ਤਾਂ ਕੁਰੂਕਸ਼ੇਤਰ ਨਾਲ ਹੀ ਆ, ਬਿਲਕੁਲ ਘੰਟੇ ਦਾ ਰਾਹ ਸਾਰਾ। ਸੋ ਇਸ ਕਾਰਨ ਕਰਕੇ ਮੇਰੀ ਬੇਨਤੀ ਆ ਸੰਗਤਾਂ ਨੂੰ, ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਕਰੋ। ਸਹੀ ਨੂੰ ਸਹੀ, ਗਲਤ ਨੂੰ ਗਲਤ ਆਖੋ। ਗੁੰਮਰਾਹ ਕੁਨ ਪ੍ਰਚਾਰ 'ਚ ਨਾ ਆਓ, ਨਾ 18, ਨਾ 98 ਤੇ ਨਾ 18 ਕਰੋੜ, ਤੇ ਨਾ ਗੁਰੂ ਗ੍ਰੰਥ ਸਾਹਿਬ ਦੀ ਕੋਈ ਬੇਅਦਬੀ ਦੀ ਘਟਨਾ ਵਾ। ਹੁਣ ਮਹੰਤ ਦੀ ਆਡੀਓ ਖੁਦ ਹੀ ਵਾਇਰਲ ਹੋ ਗਈ, ਜਿਹਦੇ 'ਚ ਉਹ ਧਮੀਜਾ ਨੂੰ ਕਹਿ ਰਿਹਾ ਮੈਂ ਫੋਨ ਕਰਦਾ ਦਫ਼ਤਰ ਦੇ ਵਿੱਚ ਮਹਾਰਾਜ ਸਰੂਪ ਲਿਜਾਣ ਦੇ। ਗੱਲ ਹੀ ਖਤਮ ਹੋ ਗਈ। ਹੁਣ ਤਾਂ ਮਹੰਤ ਦਾ ਭਾਂਡਾ ਝੂਠ ਦਾ ਚਰਾਹੇ 'ਚ ਭੱਜ ਗਿਆ ਸਾਰਾ। ਹੁਣ ਸਾਰਾ ਜਮਨਾ ਨਗਰ ਵੀ ਤੇ ਸਾਰੀਆਂ ਸੰਗਤਾਂ ਥੂ ਕਰ ਰਹੀਆਂ ਨੇ ਮਹੰਤ ਤੇ। ਬਹੁਤ ਬਹੁਤ ਧੰਨਵਾਦ ਦਾਦੂਵਾਲ ਸਾਹਿਬ। ਧੰਨਵਾਦ ਜੀ ਤੁਹਾਡਾ ਵੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੁਸੀਂ ਜੁੜੇ ਰਹੋ ਲੋਕ ਰਾਏ TV ਦੇ ਨਾਲ। ਪਲ ਪਲ ਦੀ ਅਪਡੇਟ ਹਰ ਇੱਕ ਪ੍ਰਕਾਰ ਦੇ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ।